देश दुनिया 'ਚ ਵਸਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ। मैं ਗੁਰਿੰਦਰ ਸਿੰਘ ਬਾੜ, ਤੁਸੀਂ ਦੇਖ ਰਹੇ ਹੋ ਗਰਾਊਂਡ ਪੰਜਾਬ ਟੀਵੀ। ਸੋ ਪਿਛਲੇ 3-4 ਦਿਨ ਤੋਂ ਮਨ ਸੀ ਕਿ ਤੁਹਾਡੇ ਰੂਬਰੂ ਹੋਇਆ ਜਾਵੇ ਪੰਜਾਬ ਕਾਂਗਰਸ ਦੀ ਸਿਆਸਤ ਨੂੰ ਲੈ ਕੇ ਕਿ ਵੱਡੇ ਫੇਰ ਬਦਲ ਤੋਂ ਬਾਅਦ ਵੀ ਜਿਹੜੀ ਕਾਂਗਰਸ ਦੀ ਤਹਿ ਨਹੀਂ ਬਹਿ ਰਹੀ। ਲੋਕ ਮੁੱਦਿਆਂ ਦੀ ਗੱਲ ਕਰਦੇ ਪਏ ਔਰ ਜੋ ਵਾਅਦੇ ਕੈਪਟਨ ਸਰਕਾਰ ਨੇ ਕੀਤੇ ਸੀ ਉਹਨਾਂ ਨੂੰ ਲੈ ਕੇ ਇਹ ਦਿਖਾਇਆ ਜਾ ਰਿਹਾ ਜਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਸੰਜੀਦਾ ਹੈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ। ਪਰ ਅਸਲ ਕਹਾਣੀ ਕੀ ਹੈ, ਤਸਵੀਰ ਕੀ ਹੈ, ਉਹਦੇ ਬਾਰੇ ਗੱਲਬਾਤ ਕਰਨ ਲਈ ਅਸੀਂ ਤੁਹਾਡੇ ਰੂਬਰੂ ਹੋਏ ਹਾਂ। ਮੇਰੇ ਨਾਲ ਇਸ ਚਰਚਾ ਦਾ ਹਿੱਸਾ ਬਣਨ ਲਈ ਭਾਈ ਜੋਰਾਵਰ ਸਿੰਘ ਅਜਨਾਲਾ ਮੌਜੂਦ ਨੇ, ਜਿਹੜੇ ਅੱਗੇ ਵੀ ਸਿਆਸਤ ਉੱਤੇ ਜਿਹੜੀ ਆ ਸਿਰਜਣਾਤਮਕ ਆਲੋਚਨਾ ਕਰਦੇ ਰਹਿੰਦੇ ਨੇ। ਸੋ ਅੱਜ ਦਾ ਵੀ ਇਹ ਸੀ ਕਿ ਕਾਂਗਰਸ ਕਿਸ ਰਣਨੀਤੀ ਨੂੰ ਲੈ ਕੇ ਚੱਲਦੀ ਨਜ਼ਰ ਆ ਰਹੀ ਹੈ। ਜੋ ਪਿਛਲੇ ਦਿਨਾਂ ਦਾ ਘਟਨਾਕ੍ਰਮ ਦੇਖਿਆ, ਸਾਨੂੰ ਲੱਗਦਾ ਨਹੀਂਗਾ ਕਿਤੇ, ਖੁਦ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਕਾਂਗਰਸ ਸਿਰਫ ਆਪਣੀ ਕੁਰਸੀ ਬਚਾਉਣ ਲਈ ਔਰ ਪੰਜਾਬ 'ਚ ਆਪਣੀ ਸ਼ਾਖ ਬਚਾਉਣ ਲਈ ਅਜਿਹੇ ਜਿਹੜੇ ਆ ਉਹ ਕੰਮ ਕਰ ਰਹੀ ਹੈ। ਇਸ ਮੁੱਦੇ ਦੇ ਉੱਤੇ ਕੰਮ ਕਰ ਰਹੀ ਕਿਸੇ ਤਰ੍ਹਾਂ ਪੰਜਾਬ 'ਚ ਕਾਂਗਰਸ ਨੂੰ ਬਚਾਇਆ ਜਾਵੇ, ਕਿਉਂਕਿ ਜੋ ਕੁਝ ਵੇਖਿਆ ਆਪਾਂ ਪਿਛਲੇ ਦਿਨਾਂ 'ਚ ਜਿਹੜਾ ਵੱਡਾ ਫੇਰ ਬਦਲ ਕਾਂਗਰਸ ਦੀ ਵਜ਼ਾਰਤ ਵਿੱਚ ਹੋਇਆ ਔਰ ਕੁਝ ਚਿਹਰੇ ਅਜਿਹੇ ਵੀ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਪਹਿਲਾਂ ਹੀ ਦਾਗੀ ਕਿਹਾ ਜਾਂਦਾ ਸੀ, ਇਹਨਾਂ ਦੇ ਉੱਤੇ ਬੜੇ ਵੱਡੇ ਇਲਜ਼ਾਮ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੱਗੇ ਸੀ। ਸੋ ਅੱਜ ਨਵਜੋਤ ਸਿੰਘ ਸਿੱਧੂ ਬਾਰੇ ਵੀ ਗੱਲਬਾਤ ਕਰਾਂਗੇ ਔਰ ਜੋ ਮੰਤਰੀ ਮੰਡਲ ਦਾ ਫੇਰ ਬਦਲੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਅਸਲ 'ਚ ਕਾਂਗਰਸ ਦੇ ਅੰਦਰ ਕਿਚਨ ਕੈਬਨਿਟ ਦੇ ਵਿੱਚ ਕੀ ਚੱਲਦਾ ਪਿਆ। ਸੋ ਭਾਜੀ, ਮੈਂ ਤੁਹਾਡੇ ਕੋਲ ਇਹ ਵੀ ਪੁੱਛਣਾ ਚਾਹੁੰਦਾ ਕਿ ਸਿੱਧੂ ਨੇ ਸਾਰਾ ਕੁਝ ਕਰ ਕਰਾ ਕੇ ਕੈਪਟਨ ਨੂੰ ਵੀ ਲਾਂਭੇ ਕਰਵਾ ਦਿੱਤਾ, ਜੋ ਉਹਨਾਂ ਦੇ ਉੱਤੇ ਦੋਸ਼ ਲੱਗਦਾ, ਜੋ ਖਲਲ ਪੈਦਾ ਕੀਤਾ ਗਿਆ ਕਾਂਗਰਸ 'ਚ, ਉਹਦੇ ਬਾਰੇ ਵੀ ਕਿਹਾ ਜਾਂਦਾ ਔਰ ਬਾਅਦ ਵਿੱਚ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਕਿ ਉਹਦੀ ਸੁਣਵਾਈ ਨਹੀਂ ਹੋ ਰਹੀ। ਸੋ ਮੈਨੂੰ ਇਹ ਵੀ ਗੱਲ ਸਮਝਾਓ ਤੁਸੀਂ ਕਿ ਸਿੱਧੂ ਸਾਹਿਬ ਕੁਰਸੀ ਦੀ ਲੜਾਈ ਲੜ ਰਹੇ ਆ ਜਾਂ ਆਪਣੇ ਆਪ ਨੂੰ ਪੰਜਾਬ 'ਚ ਇੱਕ ਵਾਰੀ CM ਬਣਦਾ ਵੇਖਣਾ ਚਾਹੁੰਦੇ ਆ ਕਿ ਜਾਂ ਸੱਚਮੁੱਚ ਹੀ ਲੋਕ ਮੁੱਦਿਆਂ ਨੂੰ ਲੈ ਕੇ ਉਹ ਸੰਜੀਦਾ ਨੇ? ਦੇਖੋ ਜੀ ਬਾੜ ਸਾਹਿਬ, ਜਿੱਥੋਂ ਤੱਕ ਨਵਜੋਤ ਸਿੱਧੂ ਦੀ ਗੱਲ ਹੈ ਨਾ, ਨਵਜੋਤ ਸਿੰਘ ਸਿੱਧੂ ਲੜਾਈ ਤਾਂ ਨਿਰਸੰਦੇਹ ਕੁਰਸੀ ਦੀ ਲੜ ਰਹੇ, ਪਰ ਇਸ ਲੜਾਈ ਨੂੰ ਬੁਰਕਾ ਪਹਿਨਾਇਆ ਗਿਆ ਅਸੂਲ ਪ੍ਰਸਤੀ ਦਾ, ਪੰਜਾਬ ਦੇ ਮੁੱਦਿਆਂ ਦਾ, ਜਦੋਂ ਕਿ ਇਹਦਾ ਅਸਲ ਮੰਤਵ ਸਿਰਫ ਤੇ ਸਿਰਫ CM ਦੀ ਕੁਰਸੀ ਤੱਕ ਪਹੁੰਚਣਾ ਹੈ, ਹੋਰ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਇਸ ਕਰਕੇ ਪੰਜਾਬ ਦੇ ਮੁੱਦੇ ਜਿਹੜੇ ਨੇ ਕੋਈ ਅੱਜ ਤੇ ਉੱਭਰੇ ਨਹੀਂ। ਇਹਨਾਂ ਮੁੱਦਿਆਂ ਨੂੰ ਉਭਾਰ ਕੇ ਹੀ ਕਾਂਗਰਸ ਨੇ 2017 ਦੇ ਵਿੱਚ ਇਲੈਕਸ਼ਨ ਲੜ ਕੇ ਤੇ ਜਿੱਤ ਪ੍ਰਾਪਤ ਕੀਤੀ। ਪਰ ਜਿੱਤਣ ਤੋਂ ਬਾਅਦ 4.5 ਪੌਣੇ 5 ਸਾਲ ਦਾ ਸਮਾਂ ਜਿਹੜਾ ਉਹ ਲੰਘ ਗਿਆ, ਢੇਰ 'ਚੋਂ ਪੂਣੀ ਨਹੀਂ ਕੱਤੀ। ਜਿਹੜੇ ਮੁੱਦਿਆਂ ਦੀ ਗੱਲ ਸੀ ਉਹ ਵੀ ਨਹੀਂ ਕੀਤੀ ਔਰ ਜਿਹੜੇ ਲੋਕ ਲੁਭਾਵਣੇ ਵਾਅਦੇ ਲੋਕਾਂ ਨਾਲ ਕਰ ਲਏ ਸੀ ਉਹ ਵੀ ਬਿਲਕੁਲ ਝੂਠੇ ਸਾਬਤ ਹੋਏ। ਕਿਸੇ ਦੇ ਉੱਤੇ ਕੁਝ ਵੀ ਕੀਤਾ ਨਹੀਂ ਗਿਆ ਔਰ ਹੁਣ ਇਹ ਸਾਰਾ ਜਿਹੜਾ ਪਿਛਲਾ ਨਿਕੰਮਾਪਨ ਸੀ, ਇੱਕ ਤਰ੍ਹਾਂ ਦੇ ਨਾਲ ਕਾਂਗਰਸ ਦੇ ਅੰਦਰ ਹੀ ਸ਼ਾਇਦ ਇਹਨਾਂ ਦੇ ਕੋਈ ਜਿਹੜੇ ਸੂਤਰਧਾਰ ਹੋਣ, ਉਹਨਾਂ ਦੀ ਪਲੈਨਿੰਗ ਹੋਵੇ ਜਾਂ ਇਹਨਾਂ ਦੇ ਮਨ ਦੇ ਕੋਈ ਬਵਾਲ ਹੋਣ, ਉਹਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਕਿ ਇਹਦੇ ਵਿੱਚ ਸਾਰੇ ਦਾ ਸਾਰਾ ਨੈਗੇਟਿਵਿਟੀ ਜਿਹੜੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਸੀ, ਜਦੋਂ ਕਿ ਇਹ ਸਾਰੇ ਜਿਹੜੇ ਅੱਜ ਹੀਰੋ ਬਣ ਕੇ ਉੱਭਰ ਕੇ ਆਏ ਨੇ ਇਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜ੍ਹਦੇ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਕਚਹਿਰੀ ਦੇ ਵਿੱਚ, ਲੋਕ ਸੱਥਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਾਥ ਦਿੰਦੇ ਰਹੇ ਨੇ, ਅੱਗੇ ਹੋ ਕੇ ਉਹਨਾਂ ਦੇ ਸਿਪਾਹ ਸਲਾਰ ਬਣ ਕੇ ਲੜਦੇ ਰਹੇ ਨੇ, ਜਦੋਂ ਕਿ ਇਹ ਤਾਂ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਕੀਤਾ ਕੁਝ ਵੀ ਨਹੀਂ ਜਾ ਰਿਹਾ। ਤੇ ਜਦੋਂ ਜੇ ਮੁੱਦਿਆਂ ਦੀ ਗੱਲ ਹੁੰਦੀ ਤੇ ਫਿਰ 2-4-6 ਮਹੀਨੇ ਵੇਖ ਕੇ ਆਪਾਂ ਉਹਨਾਂ ਦੀ ਗੱਲ ਕਰ ਸਕਦੇ ਸੀ। ਹੁਣ ਜਿੱਦਾਂ ਤੁਸੀਂ ਵੇਖੋ ਕਿ ਸਰਕਾਰ ਬਣ ਗਈ, ਸਰਕਾਰ ਬਣਨ ਦੇ ਵਿੱਚ ਸਿੱਧੂ ਸਾਹਿਬ ਨੇ ਆਪਣੇ ਆਪ ਨੂੰ ਪਹਿਲਾਂ ਤੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਮਿਲੀ ਆ ਕਾਂਗਰਸ ਦੀ, ਉਹਨਾਂ ਇਸ ਤਰੀਕੇ ਦੇ ਨਾਲ ਐਕਸ਼ਨ ਕੀਤੇ ਕਿ ਮੈਂ ਬਹੁਤ ਵੱਡੀ ਜੰਗ ਜਿੱਤ ਲਈ। ਪਰ ਜੇ ਵਾਕਈ ਆਪਣੇ ਆਪ ਨੂੰ ਅਸੀਂ ਉਸ ਥਾਂ ਦੇ ਉੱਤੇ ਰੱਖ ਕੇ ਵੇਖੀਏ ਤੇ ਜੰਗ ਉਹਦੇ ਵਾਸਤੇ ਕੋਈ ਛੋਟੀ ਵੀ ਨਹੀਂ ਸੀ, ਕਿਉਂਕਿ ਇੱਕ ਸਥਾਪਿਤ ਵਿਅਕਤੀ, ਜਿਹੜਾ ਵਿਅਕਤੀ ਰਾਜਨੀਤੀ ਦੇ ਵਿੱਚ ਲੰਮਾ ਤਜਰਬਾ ਰੱਖਦਾ ਹੋਵੇ ਔਰ ਇੱਕ ਤਰ੍ਹਾਂ ਦੇ ਨਾਲ ਸਿਆਸਤ ਦੀ ਯੂਨੀਵਰਸਿਟੀ ਹੈ, ਉਸ ਬੰਦੇ ਨੂੰ ਹਾਸ਼ੀਏ ਦੇ ਉੱਤੇ ਧੱਕ ਦੇਣਾ ਇਹ ਕੋਈ ਉਹਦੀ ਛੋਟੀ ਪ੍ਰਾਪਤੀ ਨਹੀਂ ਸੀ। ਪਰ ਉਸ ਪ੍ਰਾਪਤੀ ਨੂੰ ਹਜਮ ਕਰਨ ਵਾਸਤੇ ਜਿੰਨਾ ਵੱਡਾ ਭਾਂਡਾ ਚਾਹੀਦਾ ਸੀ, ਸ਼ਾਇਦ ਦਿਲ ਦੇ ਵਿੱਚ ਉਨੀ ਡੂੰਘਾਈ ਦੇ ਨਾਲ ਉਹ ਜਗ੍ਹਾ ਨਹੀਂ ਸੀ ਹੈਗੀ। ਇਸ ਕਰਕੇ ਜਿਹੜੇ ਉਹਨਾਂ ਨੇ ਐਕਸ਼ਨ ਕੀਤੇ, ਉਹਨਾਂ ਨੇ ਲੋਕਾਂ ਦੇ ਵਿੱਚ ਉਹਨਾਂ ਦੀ ਛਵੀ ਨੂੰ, ਨਵਜੋਤ ਸਿੰਘ ਸਿੱਧੂ ਦੀ ਛਵੀ ਨੂੰ ਕੋਈ ਉਸਾਰੂ ਪੱਖ ਤੋਂ ਨਹੀਂ ਲਿਆ। ਉਹਦੇ ਨਾਲ ਉਹਨਾਂ ਦੀ ਨੈਗੇਟਿਵਿਟੀ ਜਿਹੜੀ ਆ ਉਹ ਸਾਹਮਣੇ ਆਈ ਔਰ ਉਹਨਾਂ ਦਾ ਬਚਕਾਨਾ ਹਰਕਤਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ। ਪਰ ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਉਹਨਾਂ ਨੇ ਬੜਾ ਵੱਡਾ ਇੱਕ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਸੀ
ਜਿਹਨੂੰ ਪਾਸੇ ਕਰ ਦਿੱਤਾ। ਪਰ ਇਹ ਸਾਰੇ ਦਾ ਪੰਜਾਬ ਨੂੰ ਕੀ ਫਾਇਦਾ ਹੋਇਆ? ਪੰਜਾਬ ਨੂੰ ਤਾਂ ਕੋਈ ਫਾਇਦਾ ਵੀ ਨਹੀਂ ਹੋਇਆ। ਫਾਇਦਾ ਤਾਂ ਹੋਇਆ ਨਵਜੋਤ ਸਿੰਘ ਸਿੱਧੂ ਐਂਡ ਕੰਪਨੀ ਨੂੰ ਨਿੱਜੀ, ਕਿ ਉਹ ਚਾਹੁੰਦੇ ਸਨ ਕਿ ਜਿਸ ਤਰੀਕੇ ਦੇ ਨਾਲ ਹੁਣ ਨਵਜੋਤ ਸਿੰਘ ਸਿੱਧੂ ਦੀ ਤੇ ਜੋ ਅੱਜ ਤੱਕ ਵੇਖਣ ਵਿੱਚ ਆਇਆ, ਉਹਦਾ ਟਾਰਗੇਟ ਤਾਂ ਪੰਜਾਬ ਦਾ CM ਬਣਨਾ। ਅੱਜ ਵੀ ਉਸੇ ਵਾਸਤੇ ਕੋਸ਼ਿਸ਼ ਕਰ ਰਹੇ, ਪਿੱਛੇ ਵੀ ਉਹਨਾਂ ਉਸੇ ਵਾਸਤੇ ਕੋਸ਼ਿਸ਼ ਕੀਤੀ ਆ। ਹੁਣ ਉਹਦੇ 'ਚੋਂ ਕਿਸੇ ਤਰੀਕੇ ਦੇ ਨਾਲ ਕਾਮਯਾਬ ਨਹੀਂ ਹੋ ਸਕੇ। ਹਾਈ ਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਾ ਦਿੱਤਾ, ਔਰ ਸਿੱਧੂ ਸਾਹਿਬ ਨੂੰ ਸ਼ਾਇਦ ਇਹ ਲੱਗਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਚਰਨਜੀਤ ਚੰਨੀ ਦੀ ਸ਼ਖਸੀਅਤ ਨੂੰ ਆਪਣੇ ਨਜ਼ਰਾਂ ਦੇ ਵਿੱਚ ਆਂਕਿਆ ਸੀ, ਸ਼ਾਇਦ ਉਹ ਉਹਦੇ ਨਾਲੋਂ ਕੋਈ 4 ਕਦਮ ਅੱਗੇ ਨਿਕਲੇ। ਮਤਲਬ ਸਿੱਧੂ ਦੀ ਸੋਚਣੀ ਨਾਲੋਂ, ਜੋ ਸਿੱਧੂ ਨੇ ਉਹਨਾਂ ਤੋਂ ਆਸ ਉਮੀਦ ਕੀਤੀ ਸੀ, ਉਹਦੇ ਨਾਲੋਂ ਆਪਣਾ ਚਰਨਜੀਤ ਸਿੰਘ ਚੰਨੀ ਸ਼ਾਇਦ ਕੁਝ ਬਿਹਤਰ ਅਕਸ ਵਾਲੇ ਸਾਬਤ ਹੋਏ। ਔਰ ਉਹਦੇ ਤੋਂ ਮੈਨੂੰ ਇੰਝ ਲੱਗਦਾ ਵੀ ਨਵਜੋਤ ਸਿੰਘ ਸਿੱਧੂ ਨੂੰ ਇੱਕ ਅੰਦਰੋਂ ਡਰ ਦੀ ਭਾਵਨਾ ਜੀ ਪੈਦਾ ਹੋ ਗਈ ਕਿ ਸ਼ਾਇਦ ਇਸ ਚਿਹਰੇ ਨੂੰ ਹੁਣ 22 ਦੇ ਵਿੱਚ ਵੀ ਪਾਸੇ ਕਰ ਸਕਣਾ ਮੇਰੇ ਵਾਸਤੇ ਕੁਝ ਔਖਾ ਹੋ ਜੇ। ਔਰ ਕੋਈ ਨਾ ਕੋਈ ਬਹਾਨਾ ਬਣਾ ਕੇ, ਜਿਹੜਾ ਬਹਾਨਾ ਬਣਾ ਲਿਆ ਆਪਣਾ DGP ਦਾ, AG ਦਾ, ਇਸ ਤਰ੍ਹਾਂ ਦੇ ਬਹਾਨੇ ਇਹ ਤਾਂ ਨਹੀਂ ਆ ਕਿ ਇਹਨਾਂ ਦੀ ਆਪਸ ਦੇ ਵਿੱਚ ਬੈਠ ਕੇ ਕੋਈ ਸੁਰਸਲਾ ਨਹੀਂ ਹੋਈ ਹੋਊ। ਜੇ ਸਿੱਧੂ ਸਾਹਿਬ ਕੈਪਟਨ ਸਾਹਿਬ ਨੂੰ ਲਵਾ ਸਕਦੇ ਆ, ਆਪਣੀ ਮਰਜ਼ੀ ਦੇ ਮੁਤਾਬਕ ਸਰਕਾਰ ਦਾ ਗਠਨ ਕਰਾ ਸਕਦੇ ਹੋ। ਕਹਿੰਦੇ ਮੈਂ ਮਤਲਬ ਚੰਨੀ ਨੂੰ ਪ੍ਰਪੋਜ਼ ਕੀਤਾ। ਜੇ ਉਹਨਾਂ ਨੇ ਚੰਨੀ ਨੂੰ ਆਪਣੇ ਅਸਰ ਰਸੂਖ ਦੇ ਨਾਲ ਮੁੱਖ ਮੰਤਰੀ ਬਣਵਾ ਲਿਆ, ਵਜ਼ੀਰਾਂ ਦੀ ਟੀਮ ਦੇ ਵਿੱਚ ਵੀ ਉਹਨਾਂ ਦੀ ਮਰਜ਼ੀ ਚੱਲੀ, ਤੇ ਫਿਰ ਅਫਸਰਾਂ ਦੀ ਟੀਮ ਦੇ ਵਿੱਚ ਵੀ ਤੇ ਸੁਰਸਲਾ ਉਹਨਾਂ ਨਾਲ ਹੋਈ ਹੋਊ ਨਾ। ਚੰਨੀ ਨੂੰ ਤੇ ਮੇਰਾ ਨਹੀਂ ਖਿਆਲ ਵੀ ਸੈਂਟਰ ਨੇ ਕੋਈ ਬਹੁਤਾ ਭਰੋਸੇ 'ਚ ਲਿਆ ਹੋਊਗਾ, ਜਿਹੜੀ ਇਹਨਾਂ ਦੀ ਕੇਂਦਰੀ ਕਮਾਂਡ ਆ। ਹੁਣ ਰੇੜਕਾ ਤੇ ਰਹਿ ਗਿਆ ਕੇਂਦਰੀ ਕਮਾਂਡ ਦਾ ਤੇ ਨਵਜੋਤ ਸਿੰਘ ਸਿੱਧੂ ਦਾ। ਪਰ ਇਹਨਾਂ ਦੀ ਆਪਸੀ ਲੜਾਈ ਦੇ ਵਿੱਚ ਪੰਜਾਬ ਕਿੰਨਾ ਪਛੜ ਗਿਆ, ਕਦੀ ਇਹਨਾਂ ਨੇ ਸੋਚਿਆ? ਪਰ ਇਹਦੇ ਉੱਤੇ ਇੱਕ ਗੱਲ ਮੈਂ ਹੋਰ ਰੋਕ ਕੇ ਕਰਨੀ ਚਾਹੁੰਦਾ ਕਿ ਸਿੱਧੂ ਸਾਹਿਬ ਤੇ, ਕਿਉਂਕਿ ਮੈਂ ਕੇਂਦਰ ਤੋਂ ਬਹੁਤਾ ਰਹਿਣਾ ਚਾਹੁੰਦਾ, ਕਿਉਂਕਿ ਇਸ ਵੇਲੇ ਮਸਲਾ ਸਿੱਧੂ ਸਾਹਿਬ ਦਾ ਹੈ ਕਿ ਬਰਗਾੜੀ ਜਾਂ ਜਵਾਹਰ ਸਿੰਘ ਵਾਲਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਹਦੇ ਮੁੱਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ, ਜੋ ਸਾਫ਼ ਸ਼ਬਦਾਂ 'ਚ ਤੇ ਸਾਫ਼ ਤਸਵੀਰ ਸਪਸ਼ਟ ਹੁੰਦੀ ਆ। ਤੁਸੀਂ ਮੈਨੂੰ ਇਹ ਵੀ ਦੱਸ ਦਿਓ ਕਿ ਜਿਸ ਪਾਰਟੀ ਦਾ ਨੁਮਾਇੰਦਾ ਬਣ ਕੇ ਸਿੱਧੂ ਸਾਹਿਬ ਕਹਿੰਦੇ ਆ ਕਿ ਮੈਂ ਇਨਸਾਫ ਲੈਣਾ ਆ, ਮੈਂ ਜਿਨ੍ਹਾਂ ਨੇ ਵੀ ਜਿਹੜੇ ਦੋਸ਼ੀ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਡੱਕਣਾ, ਕਿ ਉਹ ਪਾਰਟੀ ਸਿੱਧੂ ਸਾਹਿਬ ਨੂੰ ਇਹ ਇਜਾਜ਼ਤ ਦੇਗੀ ਜਿਹਦੇ ਉੱਤੇ ਖੁਦ 1984 ਵੇਲੇ ਸ੍ਰੀ ਦਰਬਾਰ ਸਾਹਿਬ ਦੇ ਅਟੈਕ ਦੀਆਂ ਗੱਲਾਂ ਹੁੰਦੀਆਂ ਨੇ। 37 ਹੋਰ ਗੁਰਧਾਮਾਂ ਦਾ ਬੜਾ ਵੱਡਾ ਦੋਸ਼ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਈ, ਸਿੱਖ ਕੌਮ ਦਾ ਘਾਣ ਵੀ ਹੋਇਆ, ਕਿ ਉਹ ਹਾਈ ਕਮਾਂਡ ਜਿਹੜੀ ਆ ਉਹ ਸੰਜੀਦਾ ਹੋਏਗੀ ਕਿ ਪੰਜਾਬ 'ਚ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਉੱਠਿਆ, ਬੇਅਦਬੀ ਦਾ ਮਾਮਲਾ ਉੱਠਿਆ, ਤੇ ਸਿੱਧੂ ਸਾਹਿਬ ਜਿਹੜਾ ਉਹਨੂੰ ਹੱਲ ਕਰ ਸਕਣਗੇ ਉਸ ਹਾਈ ਕਮਾਂਡ ਦੀ ਛਤਰ ਛਾਇਆ ਹੇਠ। ਥੋੜ੍ਹਾ ਇਹ 'ਤੇ ਵੀ ਵਿਚਾਰ ਦਿਓ ਕਿ ਸਿੱਧੂ ਸਾਹਿਬ ਸਹੀ ਪਾਸੇ ਨੂੰ ਦੌੜ ਰਹੇ ਆ ਕਿ ਜਾਂ ਉਹ ਆਪਣੀ ਨਿੱਜੀ, ਜੇ ਕਹਿ ਲਈਏ CM ਬਣਨ ਦੀ ਦੌੜ 'ਚ ਸਿੱਧੇ ਪਾਸੇ ਨੂੰ ਦੌੜ ਰਹੇ ਆ, ਕਿ ਜਾਂ ਉਹ ਲੋਕਾਂ ਦੇ ਨਾਲ ਧਰੋ ਕਰਕੇ ਇਸ ਮੁੱਦਿਆਂ ਦੇ ਉੱਤੇ ਮਗਰਲੀ ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਿਉਂਕਿ ਉਹ ਸਹੀ ਪਾਸੇ ਨੂੰ ਦੌੜ ਰਹੇ ਨੇ ਆਪਣੇ ਵੱਲੋਂ, ਕਿਉਂਕਿ ਉਹ ਪੰਜਾਬ ਦਾ CM ਬਣਨਾ ਚਾਹੁੰਦੇ ਆ। ਮੁੱਦੇ ਚਾਹੇ ਉਹ ਭਾਵਨਾਤਮਕ ਹੋਣ, ਚਾਹੇ ਉਹ ਧਾਰਮਿਕ ਹੋਣ, ਉਹਨਾਂ ਨੂੰ ਆਪਣੇ ਢੰਗ ਦੇ ਨਾਲ ਉਹ ਵਰਤਣਾ ਚਾਹੁੰਦੇ ਨੇ। ਬਾਕੀ ਜਿਹੜੀ ਗੱਲ ਹੈ ਨਾ ਕਾਂਗਰਸ ਕਲਚਰ ਦੀ, ਜੋ ਕੁਝ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਹੁਤਾ ਸਮਾਂ ਤੇ ਕੇਂਦਰ ਦੇ ਵਿੱਚ ਕਾਂਗਰਸ ਦਾ ਹੀ ਰਾਜ ਰਿਹਾ, ਔਰ ਜੋ ਕੁਝ ਘੱਟ ਗਿਣਤੀਆਂ ਨਾਲ ਉੱਥੇ ਵਾਪਰਦਾ ਰਿਹਾ, ਜਾਂ ਜਿਵੇਂ ਤੁਸੀਂ ਗੱਲ ਕੀਤੀ 1984 ਦੀ, ਹੁਣ ਵੇਖੋ ਜਵਾਹਰ ਸਿੰਘ ਵਾਲਾ ਦੇ ਵਿੱਚ ਜੋ ਕੁਝ ਵਾਪਰਿਆ ਨਿਰਸੰਦੇਹ ਨਿੰਦਣਯੋਗ ਹੈ, ਜਿੰਨੀ ਉਹਦੀ ਨਿੰਦਾ ਕੀਤੀ ਜਾਵੇ ਉਨੀ ਥੋੜ੍ਹੀ। ਬਰਗਾੜੀ ਦੇ ਵਿੱਚ ਜੋ ਕੁਝ ਵਾਪਰਿਆ ਜਿੰਨੀ ਉਹਦੀ ਨਿੰਦਾ ਕੀਤੀ ਜਾਵੇ ਉਨੀ ਥੋੜ੍ਹੀ ਆ, ਔਰ ਉਸ ਤੋਂ ਵੀ ਪੀੜਾ ਹੈ, ਔਰ ਉਸ ਤੋਂ ਵੀ ਵੱਧ ਕੇ ਜਿਹੜਾ ਸਿੱਖ ਕਮਿਊਨਿਟੀ ਦੇ ਅੰਦਰ ਇਸ ਚੀਜ਼ ਦਾ ਰੋਸ ਜ਼ਿਆਦਾ ਪਾਇਆ ਗਿਆ, ਉਹ ਇਸ ਕਰਕੇ ਜ਼ਿਆਦਾ ਪਾਇਆ ਗਿਆ ਕਿ ਇਹ ਸਾਰੇ ਵਰਤਾਰੇ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੇ ਵਿੱਚ ਵਾਪਰੇ, ਜਿਸ ਕਰਕੇ ਲੋਕਾਂ ਨੇ ਇਸ ਚੀਜ਼ ਨੂੰ ਜ਼ਿਆਦਾ ਦੁੱਖ ਮਹਿਸੂਸ ਕੀਤਾ ਕਿ ਜਿਹੜੇ ਆਪਣੇ ਆਪ ਨੂੰ ਪੰਥ ਦੇ ਆਲੰਬਰਦਾਰ ਅਖਵਾਉਂਦੇ ਸੀ, ਉਹਨਾਂ ਦੇ ਰਾਜ ਦੇ ਵਿੱਚ ਇੰਨੀਆਂ ਵੱਡੀਆਂ ਘਟਨਾਵਾਂ ਘਟ ਗਈਆਂ, ਔਰ ਦੋਸ਼ੀ ਜਿਹੜੇ ਨੇ ਉਹਨਾਂ ਦੀ ਸ਼ਨਾਖਤ ਨਹੀਂ ਹੋ ਸਕੀ, ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕੀ। ਪਰ ਹੈਰਾਨਗੀ ਇਸ ਗੱਲ ਦੇ ਉੱਤੇ ਹੁੰਦੀ ਹੈ ਕਿ ਇਸ ਚੀਜ਼ ਦਾ ਇਨਸਾਫ ਲੈਣ ਵਾਸਤੇ ਅਸੀਂ ਉਹਨਾਂ ਦੀ ਝੋਲੀ 'ਚ ਪੈ ਗਏ ਜਿਨ੍ਹਾਂ ਨੇ 84 ਤੋਂ ਲੈ ਕੇ ਹੁਣ ਤੱਕ ਇੱਕ ਵੀ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ। ਸਗੋਂ ਉਹਨਾਂ ਨੂੰ ਵੱਡੇ ਅਹੁਦੇ ਨਾਲ ਜਦੋਂ ਇਹਨਾਂ ਦੀ ਸਰਕਾਰ ਰਹੀ ਆ, ਜਿਹੜੇ ਬੰਦੇ ਕਲੀਅਰਲੀ ਕਮਿਸ਼ਨਾਂ ਨੇ ਦੋਸ਼ੀ ਠਹਿਰਾ ਦਿੱਤੇ, ਸੱਜਣ ਕੁਮਾਰ, ਜਗਦੀਸ਼ ਟਾਈਟਲਰ, HKL ਭਗਤ ਵਰਗੇ ਬੰਦੇ, ਉਹ ਬੰਦੇ ਕਾਂਗਰਸ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਉੱਚ ਅਹੁਦਿਆਂ ਦੇ ਉੱਤੇ ਬਿਰਾਜਮਾਨ ਰਹੇ, ਔਰ ਪਾਰਟੀ ਨੇ ਉਹਨਾਂ ਨੂੰ ਅੱਜ ਵੀ ਨਹੀਂ ਕੱਢਿਆ।
ਜੇ ਅੱਜ ਸੱਜਣ ਕੁਮਾਰ ਵਰਗਾ ਫੜ ਕੇ ਅੰਦਰ ਦਿੱਤਾ ਹੈ, ਇਹ ਜਿਹੜੀ ਸਿੱਟ ਬਣੀ ਕੇਂਦਰ ਸਰਕਾਰ ਨੇ ਜਿਹੜੀ ਬਣਾਈ, ਬਿਲਕੁਲ ਉਸ ਸਿੱਟ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਤੁਸੀਂ ਵੇਖੋ ਇੰਨਾ ਲੰਮਾ ਸਮਾਂ ਜਦੋਂ ਇਨਸਾਫ ਨਹੀਂ ਮਿਲੇਗਾ, ਕਈ FIR ਹੀ ਦਰਜ ਨਹੀਂ ਹੋਈਆਂ, ਇੰਨੇ ਚਿਰ ਬਾਅਦ ਤੇ ਸਬੂਤ ਹੀ ਮਿਟ ਜਾਂਦੇ, ਗਵਾਹ ਹੀ ਮਰ ਜਾਂਦੇ ਨੇ। ਔਰ ਜਿਹੜੇ ਤੁਸੀਂ ਵੇਖੋ ਆਪਣੇ ਆਪ ਨੂੰ ਤਾਂ ਅਕਾਲੀ ਦਲ ਦਾ ਜਿਹੜਾ ਪੰਥਕ ਵੋਟ ਸੀ ਉਹਨੂੰ ਖੋਰਾ ਲਾਉਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਣਦਾ ਯੋਗਦਾਨ ਨਿਭਾਇਆ। ਉਹ ਆਪਣੇ ਆਪ ਨੂੰ ਇਹ ਸਾਬਤ ਕਰਨ 'ਚ ਲੱਗੇ ਨੇ ਕਿ ਮੈਂ ਵੀ ਕੋਈ ਘੱਟ ਪੰਥਕ ਨਹੀਂ। ਪਰ ਜਿਸ ਵਿਅਕਤੀ ਵਿਸ਼ੇਸ਼ ਨੇ ਇੱਕ ਸਾਬਕਾ ਪ੍ਰਧਾਨ ਮੰਤਰੀ ਦੀ ਕਤਲ ਤੋਂ ਬਾਅਦ ਇਹ ਗੱਲ ਕਹੀ ਹੋਵੇ ਕਿ ਜਦੋਂ ਵੱਡਾ ਰੁੱਖ ਡਿੱਗਦਾ ਤੇ ਧਰਤੀ ਹਿੱਲਦੀ ਆ, ਔਰ ਆਪਣੇ ਪਿੱਛੇ ਜਦੋਂ ਵੀ ਉਹ ਕਿਤੇ ਆਪਣੇ ਮਹੱਲੇ ਦੇ ਵਿੱਚ ਉਹ ਲਾਈਵ ਹੁੰਦੇ ਆ, ਫੋਟੋ ਉਸੇ ਬੰਦੇ ਦੀ ਲਾ ਕੇ ਬਹਿੰਦੇ ਨੇ। ਬਿਲਕੁਲ ਜੇ ਤਾਂ ਉਹਦੀ ਤਸਵੀਰ ਇਸ ਕਰਕੇ ਲਾਉਂਦੇ ਆ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਰਿਹਾ ਤੇ ਜਵਾਹਰ ਲਾਲ ਨਹਿਰੂ ਵੀ ਪ੍ਰਧਾਨ ਮੰਤਰੀ ਰਹੇ ਆ, ਲਾਲ ਬਹਾਦਰ ਸ਼ਾਸਤਰੀ ਵੀ ਰਹੇ ਆ, ਮਰਾਰਜੀ ਦੇਸਾਈ ਵੀ ਰਹੇ ਆ, ਇੰਦਰਾ ਗਾਂਧੀ ਵੀ ਰਹੀ ਹੈ, ਚੌਧਰੀ ਚਰਨ ਸਿੰਘ ਵੀ ਰਹੇ, ਕਈ ਰਹੇ ਨੇ। ਇੱਕ ਖਾਸ ਵਿਅਕਤੀ ਦੀ ਫੋਟੋ ਪਿੱਛੇ ਲਾਉਣਾ ਉਹਨਾਂ ਦੀ ਮਾਨਸਿਕਤਾ ਦਰਸਾਉਂਦਾ ਕਿ ਉਹਨਾਂ ਦੀ ਮਾਨਸਿਕਤਾ ਕੀ ਆ, ਕਿਉਂਕਿ ਉਹਨਾਂ ਦੇ ਅੰਦਰ ਸਿਰਫ ਤੇ ਸਿਰਫ ਸੱਤਾ ਦਾ ਪ੍ਰੇਮ ਆ, ਕੋਈ ਪੰਥ ਨਾਲ ਇਹਨਾਂ ਲੋਕਾਂ ਨੂੰ ਸਰੋਕਾਰ ਨਹੀਂ। ਔਰ ਇਨਸਾਫ ਉਹ ਲੋਕ ਥੋੜ੍ਹੀ ਦੇਣਗੇ। ਹੁਣ ਵੇਖੋ ਨਾ ਤੁਸੀਂ, ਅੱਜ ਜਾਂਚ ਦਾ ਵਿਸ਼ਾ ਹੈ ਕਿ ਸਿਆਣੀ DGP ਦੀ ਅਗਵਾਈ ਦੇ ਵਿੱਚ ਉੱਥੇ ਗੋਲੀਬਾਰੀ ਦਾ ਹੁਕਮ ਕਿਹਨੇ ਦਿੱਤਾ, ਇਹ ਜਾਂਚ ਦਾ ਵਿਸ਼ਾ ਹੈ। ਕਿਹਾ ਜਾ ਰਿਹਾ ਹੈ ਜੀ ਇਹ ਡਿਪਟੀ CM ਤੋਂ ਜਾਂ CM ਤੋਂ ਆਰਡਰ ਆਏ, ਮੰਨ ਲਿਆ ਜਾਵੇ ਜਵਾਬ ਦੇ ਵੀ ਤੇ ਉਹਨਾਂ ਹੁੰਦਾ ਐਗਜ਼ੀਕਿਊਟ ਕੀਤੇ DGP ਨੇ ਕੀਤੇ ਆ ਜਾਂ ਨਹੀਂ ਕੀਤੇ, ਇਹ ਇੱਕ ਵਿਚਾਰ ਦਾ ਵਿਸ਼ਾ ਹੈ। ਔਰ ਇਹਦੇ ਉੱਤੇ ਜਾਂਚ ਚੱਲ ਰਹੀ ਹੈ। ਇਹ ਅਦਾਲਤੀ ਮੈਟਰ ਨੇ, ਸਾਨੂੰ ਸ਼ਾਇਦ ਇਹਦੇ ਵਿੱਚ ਜ਼ਿਆਦਾ ਇੰਟਰਫੇਅਰ ਕਰਨਾ ਮੁਨਾਸਿਬ ਨਹੀਂ ਹੋਊਗਾ। ਪਰ ਕਿਸੇ ਦੇਸ਼ ਦੀ ਫੌਜ ਦੀਆਂ ਟੈਂਕਾਂ ਤੇ ਤੋਪਾਂ ਕਿਸੇ ਆਪਣੇ ਦੇਸ਼ ਦੇ ਅੰਦਰ ਕਿਸੇ ਸਥਾਨ ਦੇ ਉੱਤੇ ਹਮਲਾ ਕਰਨ ਵਾਸਤੇ ਪ੍ਰਧਾਨ ਮੰਤਰੀ ਦੀ ਜਾਂ ਰੱਖਿਆ ਮੰਤਰੀ ਦੀ ਜਾਂ ਉਸ ਸਰਕਾਰ ਦੀ ਸਹਿਮਤੀ ਦੇ ਬਗੈਰ ਕਦੇ ਨਹੀਂ ਜਾਂਦੀ। ਬਿਲਕੁਲ ਨਹੀਂ ਹੁੰਦਾ। ਔਰ ਜਿਨ੍ਹਾਂ ਨੇ ਟੈਂਕਾਂ ਤੋਪਾਂ ਲਾ ਕੇ ਅਕਾਲ ਤਖਤ ਨੂੰ ਮਲੀਆ ਮੇਟ ਕੀਤਾ ਹੋਵੇ, ਔਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਇਕੱਲਾ ਇੱਕ ਦਰਬਾਰ ਸਾਹਿਬ 'ਚ ਹੀ ਨਾ, ਉਸੇ ਰਾਤ 37 ਗੁਰਦੁਆਰਿਆਂ ਤੇ ਹੋਰ ਹਮਲਾ ਕੀਤਾ, ਉੱਥੇ ਕੌਣ ਸੀ? ਇੱਕ ਨੀਤੀਗਤ ਪ੍ਰੋਗਰਾਮ ਦੇ ਤਹਿਤ ਇਹ ਸਾਰਾ ਕੁਝ ਟਾਰਗੇਟ ਕੀਤਾ ਗਿਆ, ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ। ਪਰ ਸਾਡੇ ਲੋਕਾਂ ਦੀ ਯਾਦਾਸ਼ਤ ਇੰਨੀ ਕਮਜ਼ੋਰ ਆ ਕਿ ਅਸੀਂ ਅੱਜ ਦੀ ਘਟਨਾ ਦਾ ਇਨਸਾਫ ਲੈਣ ਵਾਸਤੇ ਮਤਲਬ ਆਪਾਂ ਇਹ ਸੋਚ ਲਿਆ ਕਿ ਚੀਤੇ ਤੋਂ ਬਚਣ ਵਾਸਤੇ ਬੱਬਰ ਸ਼ੇਰ ਦੀ ਸ਼ਰਨ 'ਚ ਚਲੇ ਗਏ ਕਿ ਸ਼ਾਇਦ ਬੱਬਰ ਸ਼ੇਰ, ਜਦੋਂ ਕਿ ਇਹਨਾਂ ਦੀ ਮਾਨਸਿਕਤਾ ਮਾਸਖੋਰੀ ਆ, ਔਰ ਜਿਹੜੇ ਮਾਸਖੋਰੇ ਜਾਨਵਰ ਹੋਣ ਉਹਨਾਂ ਦੀ ਸ਼ਰਨ ਦੇ ਵਿੱਚ ਜਾ ਕੇ ਕੋਈ ਖਰਗੋਸ਼ ਜਾਂ ਕੋਈ ਹੋਰ ਮਾਸੂਮ ਜੀਵ ਜਿਹੜਾ ਜਾ ਕੇ ਜੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਤੇ ਉਹਦੇ ਮਨ ਦਾ ਭੁਲੇਖਾ ਤੇ ਹੋ ਸਕਦਾ। ਪਰ ਮੈਂ ਤਾਂ ਅੱਜ ਵੀ ਇਹ ਗੱਲ ਮੰਨਣਾ ਕਿ ਇਹਨਾਂ ਚੀਜ਼ਾਂ ਦਾ ਇਨਸਾਫ ਲੈਣ ਵਾਸਤੇ ਅਸੀਂ ਗਲਤ ਧਿਰ ਦੇ ਉੱਤੇ ਆਸ ਲਾ ਲਈ ਹੈ। ਸੋ ਇੱਥੇ ਮੈਂ ਤੁਹਾਨੂੰ ਰੋਕਣਾ ਚਾਹੁੰਦਾ ਕਿ ਗੱਲ ਆਪਾਂ 1984 ਦੀ ਕੀਤੀ ਆ ਕਿ ਉਹੀ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਸਿਰਮੌਰ ਗੁਰੂ ਪਿਤਾ ਨੇ, ਜਿਨ੍ਹਾਂ ਦੀ ਉਦੋਂ ਬੇਅਦਬੀ ਕੀਤੀ ਗਈ ਸੀ, ਉਦੋਂ ਵੀ ਕੇਂਦਰ ਵੱਲੋਂ ਕੀਤੀ ਗਈ। ਹੁਣ ਵੀ ਦੋਸ਼ ਕਿਤੇ ਨਾ ਕਿਤੇ ਲੱਗਦੇ ਆ ਕਿ ਕੇਂਦਰੀ ਏਜੰਸੀਆਂ ਦਾ ਕੰਮ ਹੋ ਸਕਦਾ ਹੈ ਪੰਜਾਬ ਦੇ ਹਾਲਾਤ ਵਿਗਾੜਨ ਲਈ, ਜਿਹੜਾ ਬਰਗਾੜੀ 'ਚ ਵੀ ਕਾਂਡ ਵਾਪਰਿਆ। ਦੋਸ਼ ਕਿਸੇ ਸਿਰ ਮੜ ਦਿੱਤਾ ਜਾਂ ਕੀ ਹੋਇਆ, ਇਹ ਤੁਸੀਂ ਕਿਹਾ ਸੀ ਜਾਂਚ ਦਾ ਵਿਸ਼ਾ ਹੈ। ਜਾਂਚ ਜਦੋਂ ਹੋਏਗੀ ਕਿਤੇ ਕੱਲ੍ਹ ਨੂੰ ਸਾਹਮਣੇ ਆਏਗਾ, ਉਹ ਬਾਅਦ ਵਿੱਚ ਦੇਖੀ ਜਾਏਗੀ। ਸੋ ਲੋਕ ਇਹ ਵੀ ਸਵਾਲ ਕਰਦੇ ਨੇ ਕਿ ਸਿੱਧੂ ਸਾਹਿਬ ਜਿਹੜੇ ਨੇ ਉਹ ਇਸ ਵੇਲੇ ਸਿਰਫ ਇੱਕੋ ਤੇ ਇੱਕੋ ਮੁੱਦਾ ਉਭਾਰ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਆ। ਉਹ ਪਿਛਲਾ ਲੰਮਾ ਸਮਾਂ ਜਿਹੜਾ ਆ ਉਹ ਕਾਂਗਰਸ ਦੀ ਛਤਰਛਾਇਆ ਲੈਂਦੇ ਆ, ਰਾਹੁਲ ਗਾਂਧੀ ਕੋਲ ਜਾ ਕੇ ਸਰੋਪਾ ਵੀ ਪਾਉਂਦੇ ਆ, ਸ਼ਾਮਲ ਵੀ ਹੁੰਦੇ ਆ। ਉਹ ਇਹ ਮੁੱਦਾ ਵੀ ਕਿਉਂ ਨਹੀਂ ਚੁੱਕਦੇ ਕਿ ਕਾਂਗਰਸ ਨੇ ਵੱਡੇ ਪੱਧਰ 'ਤੇ ਸਿੱਖਾਂ ਦਾ ਪੰਜਾਬ 'ਚ ਘਾਣ ਕੀਤਾ ਆ, ਸਿੱਖਾਂ ਦੇ ਧਾਰਮਿਕ ਗ੍ਰੰਥ ਦਾ ਘਾਣ ਕੀਤਾ ਆ, ਉਹਦੇ ਬਾਰੇ ਕਿਉਂ ਨਹੀਂ ਆਵਾਜ਼ ਉਠਾਉਂਦੇ? ਸਿਰਫ ਹੁਣ ਕੁਰਸੀ ਲੈਣ ਵਾਸਤੇ, ਕੁਰਸੀ ਪਾਉਣ ਵਾਸਤੇ ਕਿ ਤਾਜ਼ਾ ਮਾਮਲਾ ਹੈ ਬਰਗਾੜੀ ਦਾ, ਉਹਨੂੰ ਜਿੰਨਾ ਵੀ ਉਛਾਲਿਆ ਜਾਵੇ ਉਛਾਲ ਦਿੱਤਾ ਜਾਵੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਵੱਡਾ ਦੋਸ਼ ਲੱਗਦਾ ਕਿ ਉਹਨਾਂ ਦੇ ਰਾਜ 'ਚ ਇਹ ਕੁਝ ਵਾਪਰਿਆ। ਤੇ ਅਜੇ ਲੋਕ ਨਵੇਂ ਲੋਕਾਂ ਦੇ ਮਨ 'ਚ ਭਾਵਨਾ ਹੈ ਕਿ ਸ਼ਾਇਦ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਸਿੱਧੇ ਰੂਪ 'ਚ ਦੋਸ਼ੀ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ। ਸਿੱਧੂ ਉਹ ਸਾਰੇ ਮਸਲੇ ਨੂੰ ਕੈਚ ਕਰਨਾ ਚਾਹੁੰਦਾ। ਜੇ ਉਹ ਸੱਚਮੁੱਚ ਹੀ ਪੰਥ ਦਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਦਰਦ ਰੱਖਦਾ ਹੈ ਤਾਂ ਫਿਰ ਪਿਛਲੀਆਂ ਘਟਨਾਵਾਂ ਨੂੰ ਕਿਉਂ ਨਹੀਂ ਉਜਾਗਰ ਕਰਦਾ? ਉਹ ਉਸ ਪਾਰਟੀ ਦਾ ਠੋਕਾ ਕਿਉਂ ਬਣਿਆ ਜਿਹਦੇ ਉੱਤੇ ਪਹਿਲਾਂ ਹੀ ਵੱਡਾ ਦੋਸ਼ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਦਬਾਉਂਦੀ ਰਹੀ, ਭਾਵੇਂ ਉਹ ਪਾਣੀਆਂ ਦਾ ਮੁੱਦਾ ਸੀ, ਆਪਾਂ ਧਾਰਮਿਕ ਮੁੱਦੇ ਦੀ ਤਾਂ ਗੱਲ ਕਰ ਲਈ, ਗੁਰੂ ਗ੍ਰੰਥ ਸਾਹਿਬ ਪਾਣੀਆਂ ਦਾ ਮੁੱਦਾ ਆ, ਫਿਰ ਪੰਜਾਬ ਦੀ ਜਵਾਨੀ ਦਾ, ਪੰਜਾਬ ਦੀ ਕਿਸਾਨੀ ਦਾ ਮੁੱਦਾ ਸੀ, ਜਿਹੜੀ ਪਹਿਲਾਂ ਹੀ ਕਟਹਿਰੇ 'ਚ ਖੜੀ ਸਰਕਾਰ ਹੈ, ਪਹਿਲਾਂ ਹੀ ਕਟਹਿਰੇ 'ਚ ਖੜਾ ਕੀਤਾ ਹੋਇਆ ਪਰਿਵਾਰ ਹੈ,
ਵੀ ਇਹਨਾਂ ਨੇ ਪੰਜਾਬ ਨਾਲ ਧਰੋ ਕਮਾਇਆ, ਤੇ ਸਿੱਧੂ ਸਾਹਿਬ ਕੋਲ ਕਿਹੜੀ ਗਿੱਦੜ ਸਿੰਘੀ ਆ ਕਿ ਉਸ ਪਾਰਟੀ ਦਾ ਪ੍ਰਧਾਨ ਲਾ ਕੇ ਜਾਂ ਉਸ ਪਾਰਟੀ ਦਾ ਮੁੱਖ ਮੰਤਰੀ ਲਾ ਕੇ ਉਹ ਮੁੱਦੇ ਜਿਹੜੇ ਹੱਲ ਕਰ ਸਕਦੇ ਆ? ਨਹੀਂ, ਵੇਖੋ ਮੁੱਦੇ ਤੇ ਸਿਰਫ ਉਹਨਾਂ ਨੇ ਇੱਕ ਸਿਆਸਤ ਦੀ ਕੁਰਸੀ ਤੱਕ ਪਹੁੰਚਣ ਵਾਸਤੇ ਪੌੜੀ ਵਜੋਂ ਇਸਤੇਮਾਲ ਕੀਤੇ ਆ, ਹੋਰ ਉਹਨਾਂ ਦਾ ਕੋਈ ਮਤਲਬ ਨਹੀਂ। ਜਿਸ ਮੁੱਦੇ ਦੇ ਵਿੱਚੋਂ ਸੱਤਾ ਨਿਕਲਦੀ ਹੋਵੇ ਸਿਆਸਤਦਾਨ ਉਸੇ ਮੁੱਦੇ ਨੂੰ ਉਜਾਗਰ ਕਰਦੇ ਆ, ਕਿਉਂਕਿ ਇਹ ਮੁੱਦਾ ਤਾਜ਼ਾ ਹੈ। ਪਰ ਇਹਦੇ ਕਿੰਨੇ ਦੂਰਗਾਮੀ ਸਿੱਟੇ ਨਿਕਲਣੇ ਨੇ ਸ਼ਾਇਦ ਇਹਨਾਂ ਸਿਆਸਤਦਾਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਆ। ਇਹ ਥੋੜ੍ਹੀ ਚਿਰੀ ਸਿਆਸਤ ਕਰਨ ਵਾਸਤੇ ਲੋਕਾਂ ਦੇ ਇਮੋਸ਼ਨਸ ਨੂੰ ਭੜਕਾ ਕੇ, ਵੇਖੋ ਜਾਂਚ ਦਾ ਵਿਸ਼ਾ ਹੈ, ਜਾਂਚ ਤਾਂ ਹੋਣੀ ਚਾਹੀਦੀ ਹੈ, ਕਿਉਂਕਿ ਇਹ ਤੋਂ ਵੱਡੀ ਬੇਸ਼ਰਮੀ ਦੀ ਗੱਲ ਨਹੀਂ ਹੋ ਸਕਦੀ ਕਿ ਅੱਜ ਤੱਕ 2015 ਚ ਵਾਪਰੀਆਂ ਘਟਨਾਵਾਂ ਦਾ ਸਿਰਾ ਨਹੀਂ ਲੱਗਾ, ਪਤਾ ਨਹੀਂ ਲੱਗ ਸਕਿਆ। ਔਰ ਅੱਜ ਇਹ ਜਿਹੜੇ ਸਿਆਸੀ ਆਗੂ ਜਿਹੜੇ ਮਗਰਮੱਛ ਦੇ ਹੰਝੂ ਵਿਖਾ ਕੇ ਤੇ ਆਪਣੇ ਆਪ ਨੂੰ ਪੰਥਕ ਸਾਬਤ ਕਰਨ ਲਈ ਤੁਲੇ ਨੇ ਔਰ ਗੁਰੂ ਗ੍ਰੰਥ ਸਾਹਿਬ ਦੇ ਜ਼ਿਆਦਾ ਪੈਰੋਕਾਰ ਬਣੇ ਫਿਰਦੇ ਨੇ, ਅਸਲ ਦੇ ਵਿੱਚ ਇਹਨਾਂ ਦੇ ਅੰਦਰ ਕਿਸੇ ਵੀ ਧਰਮ ਗ੍ਰੰਥ ਦੇ ਪ੍ਰਤੀ ਜਾਂ ਕਿਸੇ ਧਰਮ ਦੀਆਂ ਸਿੱਖਿਆਵਾਂ ਦੇ ਪ੍ਰਤੀ ਕੋਈ ਵੀ ਲਗਾਅ ਨਹੀਂ ਹੈਗਾ, ਕੋਈ ਸ਼ਰਧਾ ਨਹੀਂ ਹੈਗੀ। ਇਹਨਾਂ ਦਾ ਲਗਾਅ ਤੇ ਸ਼ਰਧਾ ਸਿਰਫ ਤੇ ਸਿਰਫ ਕੁਰਸੀ ਹੈ, ਤੇ ਕੁਰਸੀ ਹਾਸਲ ਕਰਨ ਵਾਸਤੇ ਇਹਨਾਂ ਨੂੰ ਜਿੱਥੇ ਵੀ ਜਾਣਾ ਪਏਗਾ ਇਹ ਜਾਣਗੇ। ਇਹ ਇਹਨਾਂ ਦੇ ਪਿਛਲੇ ਸਮੇਂ ਦੇ ਵਿੱਚ ਕਿਰਦਾਰ ਨੇ ਵਿਖਾ ਦਿੱਤਾ। ਸੋ ਜਿਹੜੀ ਪੰਥ ਪ੍ਰਸਤੀ ਤੁਸੀਂ ਗੱਲ ਕੀਤੀ ਹੈ ਨਾ, ਸੋ ਮੈਂ ਵੀ ਇਹ ਕਲੀਅਰ ਕਰ ਦੇਣੀ ਚਾਹੁੰਦਾ ਕਿ ਜੇ ਇਹ ਲੋਕ ਪੰਥ ਪ੍ਰਸਤ ਹੋਣ ਜਾਂ ਪੰਥ ਦਾ ਕੌਮ ਦਾ ਦਰਦ ਰੱਖਦੇ ਹੋਣ ਤੇ ਕਦੇ ਵੀ ਇਹਨਾਂ ਦੇ ਮਕਬਰੇ ਨਾ ਬਣਨ, ਇਹਨਾਂ ਦੀਆਂ ਯਾਦਗਾਰਾਂ ਬਣ, ਲੋਕ ਇਹਨਾਂ ਨੂੰ ਪੂਜਣ। ਇਹਨਾਂ ਦੇ ਮਕਬਰੇ ਕਿਉਂ ਬਣਦੇ ਆ ਕਿ ਇਹਨਾਂ ਨੇ ਹਮੇਸ਼ਾ ਹੀ ਰਾਜ ਗੱਦੀ ਦੇ ਉੱਤੇ ਬੈਠਿਆਂ ਲੋਕਾਂ ਦੇ ਨਾਲ ਧਰੋ ਕੀਤਾ ਹੁੰਦਾ, ਲੋਕ ਮੁੱਦਿਆਂ ਦੇ ਉੱਤੇ ਧਰੋ ਕੀਤਾ ਹੁੰਦਾ, ਸਿਰਫ ਆਪਣੀ ਤਾਕਤ ਵਧਾਉਣ ਲਈ, ਆਪਣਾ ਕੀ ਕਹਿੰਦੇ ਹੁੰਦੇ ਆ ਕਿ ਕੁਰਸੀ ਦਾ ਨਿੱਘ ਮੰਨਣ ਵਾਸਤੇ ਜਿਹੜਾ ਹੈ ਸਾਰਾ ਕੁਝ ਅਮਲ 'ਚ ਲਿਆਉਂਦੇ ਨੇ। ਬੇਸ਼ੱਕ ਸੱਤਾ ਤੋਂ ਜਦੋਂ ਲਾਂਭੇ ਹੁੰਦੇ ਤਾਂ ਬੜੇ ਬੜੇ ਵੱਡੇ ਵਾਅਦੇ ਆ, ਤੇ ਸਿੱਧੂ ਸਾਹਿਬ ਵੀ ਉਸੇ ਲੜੀ ਤਹਿ ਚੱਲਦੇ ਪਏ ਕਿ ਕਿਸੇ ਤਰ੍ਹਾਂ ਮੇਰਾ ਹੱਥ ਜਿਹੜਾ ਆ ਉਹ CM ਦੀ ਕੁਰਸੀ ਨੂੰ ਪੈ ਜਾਵੇ, ਜਿਵੇਂ ਪਿਛਲੇ ਦਿਨੀ ਪੈਂਦਾ ਛੁੱਟ ਗਿਆ। ਸੋ ਮੈਂ ਸਿੱਧੂ ਸਾਹਿਬ ਦੀ ਉਹ ਤਸਵੀਰ ਪੇਸ਼ ਕਰਨੀ ਚਾਹੁੰਦਾ ਹੈ ਕਿ ਸਿੱਧੂ ਸਾਹਿਬ ਨੂੰ ਲੋਕੀ ਹੌਲੇ 'ਚ ਨਾ ਲੈਣ ਕਿ ਸਿੱਧੂ ਸਾਹਿਬ ਸ਼ਾਇਦ ਪੰਥ ਪ੍ਰਸਤ ਨੇ, ਸ਼ਾਇਦ ਪੰਜਾਬ ਦਾ ਦਰਦ ਰੱਖਦੇ ਨੇ, ਸ਼ਾਇਦ ਉਹ ਅੱਗੇ ਆ ਜਾਣ ਵੱਡਾ ਚਿਹਰਾ ਨੇ, ਤੇ ਹੋ ਸਕਦਾ ਹੈ ਉਹ ਪੰਜਾਬ ਦਾ ਭਲਾ ਕਰ ਦੇਣ। ਮੈਨੂੰ ਇਹ ਨਹੀਂ ਲੱਗਦਾ ਕਿਤੇ ਕਿ ਪੰਜਾਬ ਦਾ ਭਲਾ ਕਰ ਸਕਦੇ ਆ। ਹਾਂ, ਉਹ ਆਪਣੀਆਂ ਨਿੱਜੀ ਕਿਣਾ ਕੱਢ ਸਕਦੇ ਆ ਕਿ ਸੁਖਬੀਰ ਬਾਦਲ ਨਾਲ ਉਹਨਾਂ ਦੀ ਨਾਰਾਜ਼ਗੀ ਆ, ਪ੍ਰਕਾਸ਼ ਸਿੰਘ ਬਾਦਲ ਨਾਲ ਨਾਰਾਜ਼ਗੀ ਰਹੀ ਆ, ਬਿਕਰਮ ਸਿੰਘ ਮਜੀਠੀਆ ਨਾਲ ਉਹਨਾਂ ਦਾ 36 ਦਾ ਅੰਕੜਾ ਰਿਹਾ ਆ, ਹੋਰ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਜਿਹੜੀ ਸਿਆਸੀ ਜਾਂ ਨਿੱਜੀ ਲੜਾਈ ਕਹਿ ਲਓ ਚੱਲਦੀ ਆ, ਉਹਨਾਂ ਦੇ ਉੱਤੇ ਉਹ ਕੰਮ ਜ਼ਰੂਰ ਕਰ ਸਕਦੇ ਆ। ਪੰਜਾਬ ਦੇ ਮੁੱਦਿਆਂ ਦਾ ਭਲਾ ਮੈਨੂੰ ਨਹੀਂ ਲੱਗਦਾ ਕਿਤੇ ਹੋ ਸਕਦਾ। ਸੋ ਲੋਕ ਇਸ ਗੱਲ ਦਾ ਫੈਸਲਾ ਕਰਨਗੇ ਕਿ ਉਹਨਾਂ ਨੇ ਕਿਵੇਂ ਜਾਂ ਕਿਵੇਂ ਵੇਖਣਾ। ਸੋ ਇੱਕ ਭਾਜੀ ਹੋਰ ਗੱਲ ਸਪਸ਼ਟ ਕਰ ਦਈਏ ਕਿ ਇੱਥੇ ਰੌਲਾ ਜਿਹੜਾ ਨਾ ਬਹੁਤਾ ਤਿੰਨਾਂ ਪਾਰਟੀਆਂ ਦੇ ਇਸ ਵੇਲੇ ਚੱਲਦਾ ਪਿਆ, ਕਾਂਗਰਸ ਹੈ, ਅਕਾਲੀ ਹੈ, ਭਾਜਪਾ ਹੈ, ਜਾਂ 4 ਨੰਬਰ 'ਤੇ ਆਪਾਂ ਆਪ ਨੂੰ ਵੀ ਗਿਣ ਲੈਂਦੇ ਹਾਂ ਕਿ ਆਪ ਦੇ ਵੀ ਕੇਜਰੀਵਾਲ ਸਾਹਿਬ ਦਿੱਲੀ ਤੋਂ ਬਾਈ ਏਅਰ ਆਉਂਦੇ ਆ ਤੇ ਇੱਥੇ ਐਲਾਨ ਕਰ ਜਾਂਦੇ ਆ। ਸੋ ਲੋਕ ਮਨਾਂ 'ਚ ਮੈਂ ਵੀ ਗੱਲ ਬਿਠਾਉਣੀ ਚਾਹੁੰਦਾ ਤੇ ਉਹਨਾਂ ਕੋਲ ਰਾਏ ਵੀ ਜਾਣਾਂਗੇ ਆਪਾਂ ਆਉਣ ਵਾਲੇ ਸਮੇਂ 'ਚ ਕਿ ਦਿੱਲੀ ਤੋਂ ਜਿੰਨੇ ਵੀ ਲੋਕ ਪੰਜਾਬ ਵੱਲ ਨੂੰ ਆਏ ਨੇ, ਆਪਾਂ ਤੇ ਬੀਤੇ ਨੂੰ ਮਿਸਾਲ ਦੇ ਸਕਦੇ ਨਾ, ਬੀਤੇ ਤੋਂ ਹੀ ਸਿੱਖ ਸਕਦੇ ਹਾਂ ਕਿ ਉਹਨਾਂ ਨੇ ਪੰਜਾਬ ਲਈ ਕੁਝ ਕੀਤਾ, ਪੰਜਾਬ ਦਾ ਭਲਾ ਹੋਇਆ, ਜਾਂ ਹੁਣ ਜਿਹੜੇ ਦਿੱਲੀੋਂ ਚੜ੍ਹ ਕੇ ਆਉਂਦੇ ਆ, ਬੇਸ਼ੱਕ ਉਹ ਭਾਜਪਾ ਆ, ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ, ਉਹ ਆਪ ਹੈ, ਉਹ ਕਾਂਗਰਸ ਹਾਈ ਕਮਾਂਡ ਹੈ, ਜਾਂ ਉਹ ਜੇ ਸ਼੍ਰੋਮਣੀ ਅਕਾਲੀ ਦਲ ਵੀ ਕਿਸੇ ਉੱਪਰ ਪਾਰਟੀ ਵੱਲ ਵੇਖਦਾ ਆ, ਕੀ ਇਹ ਲੋਕਾਂ ਕੋਲ ਭਲੇ ਦੀ ਆਸ ਕੀਤੀ ਜਾ ਸਕਦੀ ਹੈ? ਬਿਲਕੁਲ ਵੀ ਨਹੀਂ। ਜਿਨ੍ਹਾਂ ਦਾ ਕੇਂਦਰ ਦਿੱਲੀ ਹੈ ਨਾ, ਜਿਹੜੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ, ਉਹ ਖੇਤਰੀ ਇਲਾਕਾਈ ਸੂਬਿਆਂ ਦੇ ਨਾਲ ਸੂਬਿਆਂ ਦੇ ਨਾਲ ਕਦੇ ਵੀ ਇਨਸਾਫ ਨਹੀਂ ਕਰ ਸਕਦੀ। ਸੂਬਿਆਂ ਨੂੰ ਸੂਬੇ ਦੇ ਹਿੱਤ ਦੀ ਗੱਲ ਕਰਨ ਵਾਸਤੇ ਖੇਤਰੀ ਪਾਰਟੀਆਂ ਦੀ ਬਹੁਤ ਵੱਡੀ ਜ਼ਰੂਰਤ ਹੁੰਦੀ, ਔਰ ਅਕਾਲੀ ਦਲ ਪੰਜਾਬ ਦੀ ਖੇਤਰੀ ਨੁਮਾਇੰਦਗੀ ਕਰਨ ਵਾਲੀ ਇੱਕ ਬੜੀ ਮਜ਼ਬੂਤ ਜਮਾਤ ਸੀ। ਬਦਕਿਸਮਤੀ ਨਾਲ ਅੱਜ ਇਹਦਾ ਹਾਲਾਤ ਉਹ ਨਹੀਂ ਰਹੇ ਜਿਹੜੇ ਇਹਦੇ ਕਦੇ ਪਹਿਲਾਂ ਹੁੰਦੇ ਸਨ, ਜਾਂ ਜਿਸ ਤਰੀਕੇ ਨਾਲ ਇਹ ਗੱਲ ਕਰਦੇ ਸਨ, ਗੱਲ ਕਰਦੇ ਰਹੇ ਤੇ ਗੱਲ ਕਰਕੇ ਹਾਸਲ ਕੀਤਾ ਜਾਂ ਨਹੀਂ ਕੀਤਾ ਇਹ ਗੱਲ ਵੱਖਰੀ ਆ। ਪਰ ਜਿਹੜੀ ਦਿੱਲੀ ਹੈ ਨਾ, ਇਹ ਜ਼ਰੂਰ ਹੈ ਕਿ ਜਦੋਂ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਦੇ ਵਿੱਚ ਦਿੱਲੀ ਜਿੱਤੀ ਗਈ ਸੀ ਨਾ, ਤੇ ਜਦੋਂ ਵਾਪਸ ਕੀਤੀ ਤਾਂ ਉਦੋਂ ਜਦੋਂ ਜਥੇਦਾਰਾਂ ਨੂੰ ਸਿੱਖਾਂ ਨੇ ਕਿਹਾ ਬਈ ਇਹ ਤੁਸੀਂ ਗਲਤ ਕੰਮ ਕੀਤਾ, ਜਿੱਤ ਕੇ ਦਿੱਲੀ ਛੱਡ ਦਿੱਤੀ ਜੇ, ਤੇ ਕਿਹਾ ਦਿੱਲੀ ਤੇ ਬਿੱਲੀ ਦਾ ਕੀ ਆ, ਜਦੋਂ ਜੀ ਕੀਤਾ ਫਿਰ ਹਾਸਲ ਕਰ ਲਾਂਗੇ। ਪਰ ਉਹ ਬਿੱਲੀ ਇਹੋ ਜਿਹੀ ਹੱਥੋਂ ਕੱਢੀ ਆ, ਅੱਜ ਤੱਕ ਮਾਰ ਕੇ ਪਹੁੰਚੇ, ਮੂੰਹ ਬਲੂੰਦਰ ਦਿੱਤੇ ਉਹਨੇ, ਉਹ ਬਿੱਲੀ ਮੁੜ ਕੇ ਕਾਬੂ ਨਹੀਂ ਆਈ। ਸੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ, ਮੇਰੇ ਖਿਆਲ ਨਾਲ ਚਲੋ ਖੇਤਰੀ ਪਾਰਟੀ ਮਜ਼ਬੂਤ ਪਾਰਟੀ ਸੀ, ਪਰ 90 ਦੇ ਦਹਾਕੇ ਦੇ ਵਿੱਚ ਇਹਨਾਂ ਨੇ ਵੀ ਭਾਜਪਾ ਦੇ ਨਾਲ ਗੱਠਜੋੜ ਕਰਕੇ ਉਹ ਖੇਤਰੀ ਪਾਰਟੀ ਹੋਣ ਦਾ ਮਾਣਾ ਜਿਹੜਾ ਗਵਾ ਲਿਆ ਸੀ। ਤਾਂ ਕਰਕੇ ਜਿਹੜੇ ਲੋਕ ਮੁੱਦਿਆਂ ਨੂੰ ਲੈ ਕੇ ਚੱਲੇ ਸੀ ਉਹ ਹੌਲੀ ਹੌਲੀ ਪਿੱਛੇ ਪੈਂਦੇ ਬਹੁਤ ਹੀ ਜ਼ਿਆਦਾ ਪਿੱਛੇ ਪੈ ਗਏ ਕਿ ਅੱਜ ਉੱਤੇ ਸਿਆਸੀ ਲੋਕ ਸਿਆਸਤ ਵੀ ਕਰਦੇ ਆ ਤੇ ਪੰਜਾਬ ਦੇ ਲੋਕ ਮੁੜ ਨਜ਼ਰਸਾਨੀ ਵੀ ਕਰਦੇ ਆ। ਪਰ ਹੱਲ ਹੋਣ ਦਾ ਕਿਤੇ ਹੱਲ ਹੋਣਾ ਕੀ ਆ ਕਿ ਹੱਲ ਹੋਣ ਵਾਲੇ ਪਾਸੇ ਨੂੰ ਵੀ ਤੁਰਦੇ ਕਿਤੇ ਨਜ਼ਰ ਨਹੀਂ ਆਉਂਦੇ। ਸੋ ਮੁੜ ਕੇ ਗੱਲ ਫਿਰ ਸਿੱਧੂ ਸਾਹਿਬ 'ਤੇ ਹੁੰਦੀ ਆ, ਕਿਉਂਕਿ ਇਸ ਵੇਲੇ ਮਾਮਲਾ ਗਰਮਾਇਆ ਹੈ, ਹਾਲ ਦੀ ਘੜੀ ਅਸਤੀਫਾ ਦਿੱਤਾ ਸੀ, ਕੱਲ੍ਹ ਮੀਟਿੰਗ ਹੋ ਗਈ, ਹੋ ਸਕਦਾ ਉਹ ਫਿਰ ਵਾਪਸੀ ਹੋ ਜਾਵੇ।
ਸੋ ਇਹਨਾਂ ਵਾਪਸੀਆਂ ਦੇ ਦੌਰ ਵਿੱਚ ਸਿੱਧੂ ਸਾਹਿਬ ਦਾ ਇਸ ਵੇਲੇ ਕਰੈਕਟਰ ਕੀ ਉੱਭਰ ਕੇ ਸਾਹਮਣੇ ਆਇਆ ਕਿ ਲੋਕ ਉਸੇ ਤਰੀਕੇ ਨਾਲ ਹੈਗੇ ਆ? ਕਿਉਂਕਿ ਸਪਸ਼ਟ ਮੈਂ ਤਾਂ ਕਰਨਾ ਚਾਹੁੰਦਾ ਕਿ ਫੇਰ ਬਦਲ ਤੋਂ ਪਹਿਲਾਂ ਜਿਹੜੀ ਟੀਮ ਬਣੀ ਸੀ ਨਾ ਪੰਜਾਬ ਦੀ, ਕਿ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਹੋਰ ਵੀ ਜਿਹੜੇ ਵੱਡੇ ਚਿਹਰੇ ਨੇ, ਸੋ ਬਹੁਤੇ ਨਾਂ ਲਵਾਂਗੇ ਤੇ ਹੋ ਸਕਦਾ ਵਿੱਚੋਂ ਮਿਸ ਵੀ ਹੋ ਜਾਣ, ਇਹ ਸਾਰੇ ਕੈਪਟਨ ਦੇ ਵਿਰੋਧ ਵਿੱਚ ਸਨ। ਤੇ ਸਿੱਧੂ ਸਾਹਿਬ ਨੂੰ ਸ਼ਾਇਦ ਲੱਗਦਾ ਸੀ ਕਿ ਮੇਰੇ ਪਾਲੇ 'ਚ ਆ ਗੇਮ ਸਾਰੀ, ਇਹਨਾਂ ਨੂੰ ਮੈਂ ਵਰਤ ਲੈਣਾ। ਪਰ ਜਦੋਂ ਦੀਆਂ ਅਹੁਦੇਦਾਰੀਆਂ ਮਿਲ ਗਈਆਂ ਸਾਰਿਆਂ ਨੂੰ, ਹਰ ਕਿਸੇ ਨੂੰ ਆਪੋ ਆਪਣਾ ਜੋ ਮੰਗਦਾ ਸੀ ਮਿਲ ਗਿਆ। ਹੁਣ ਕਿਤੇ ਲੱਗਦਾ ਨਹੀਂ ਕਿ ਸਿੱਧੂ ਸਾਹਿਬ ਇਕੱਲੇ ਰਹਿ ਗਏ ਤੇ ਜਾਂ ਉਹ ਫਿਰ ਅੱਗੇ ਆਉਂਦੇ ਨੇ ਹੁਣ, ਤੇ ਉਹ ਪਹਿਲਾਂ ਵਾਲੀ ਗੱਲ ਨਹੀਂ ਬਣਨੀ। ਉਹ ਅੱਗੇ ਵੀ ਆਪਣੀ WhatsApp ਕਈ ਵਾਰੀ ਗੱਲ ਹੋਈ ਹੈ, ਜਿਹੜਾ ਬੰਦਾ ਬਿੱਤੋਂ ਵੱਧ ਕਾਲਾ ਹੁੰਦਾ ਨਾ, ਉਹ ਛੋਲੀਆਂ ਦੇ ਵਿੱਚ ਹੀ ਕਈ ਵਾਰੀ ਮਾਰਿਆ ਜਾਂਦਾ। ਉਹ ਇਹ ਕਰਕੇ ਨਾ ਜਿਹੜੀਆਂ ਬਿੱਤੋਂ ਵੱਧ ਕਾਲੀਆਂ ਨੇ, ਉਹ ਬੰਦੇ ਦੇ ਵਿੱਚ ਕਈ ਤਰ੍ਹਾਂ ਦੇ ਠੇਡੇ ਲੱਗਣ ਦਾ ਵੀ ਕਾਰਨ ਬਣ ਜਾਂਦੀਆਂ। ਸਿੱਧੂ ਸਾਹਿਬ ਨਾਲ ਵੀ ਕੁਝ ਇਸੇ ਤਰ੍ਹਾਂ ਹੀ ਹੋ ਰਿਹਾ। ਵੇਖੋ, ਜਿਹੜੀ ਇਹ ਟੀਮ ਬਣੀ ਸੀ ਉਹ ਵੀ ਅੱਜ ਮਹੀਨਿਆਂ ਦੀ ਤੇ ਗੱਲ ਹੀ ਛੱਡੋ, ਦਿਨਾਂ 'ਚ ਹੀ ਬਿਖਰਦੀ ਨਜ਼ਰ ਆ ਰਹੀ ਹੈ। ਜਦ ਕਿ ਲੋੜ ਸੀਗੀ ਇਹਨਾਂ ਨੂੰ ਕੰਮ ਕਰਕੇ ਵਿਖਾਉਣ ਦੀ। ਜੇ ਇਹਨਾਂ ਦੇ ਮਨ 'ਚ ਪੰਜਾਬ ਪ੍ਰਤੀ ਕੋਈ ਸਨੇਹ ਸੀ, ਮੈਂ ਪੰਜਾਬ ਦੀ ਗੱਲ ਕਰੂੰਗਾ, ਪੰਜਾਬ ਪ੍ਰਤੀ, ਕਿਉਂਕਿ ਜਿਹੜੇ ਪੰਥਕ ਮੁੱਦੇ ਨੇ ਉਹ ਤਾਂ ਸਿਰਫ ਇਹਨਾਂ ਨੇ ਯੂਟੀਲਾਈਜ਼ ਕਰਨੇ ਨੇ, ਹੋਰ ਇਹਨਾਂ ਦਾ ਕੋਈ ਪੰਥਕ ਕਿਰਦਾਰ ਨਹੀਂ ਹੈਗਾ, ਨਾ ਇਹਨਾਂ ਨੇ ਕੋਈ ਗੱਲ ਕਰਨੀ ਹੈ। ਪੰਜਾਬ ਦੇ ਮੁੱਦੇ ਜਿਹੜੇ ਹੈਗੇ ਉਹਨਾਂ ਨੂੰ ਵਾਸਤੇ ਚੰਗੀ ਗਵਰਨੈਂਸ ਦੇਣ ਵਾਸਤੇ ਇਹਨਾਂ ਨੇ ਕੋਈ ਕੋਸ਼ਿਸ਼ ਕਰਨੀ ਸੀ, ਪਰ ਉਹਦੇ ਵਿੱਚ ਇਹਨਾਂ ਨੇ ਇੱਕ ਪੈਰ ਵੀ ਨਹੀਂ ਪੁੱਟਿਆ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਗਏ। ਹੁਣ ਸੋਚਣ ਵਾਲੀ ਗੱਲ ਇਹ ਆ ਵੀ ਸਿੱਧੂ ਸਾਹਿਬ ਦੇ ਨਾਲ ਨਾ ਮੇਰੀ ਪਿੱਛੇ ਜੇ ਇੱਕ ਵਾਰੀ ਇੱਕ ਅੱਜ ਕੱਲ੍ਹ ਨਵੀਂ ਲਹਿਰ ਜਿਹੜੀ ਆ ਬੜੀ ਹੋਂਦ ਵਿੱਚ ਆਈ ਆ, ਲੋਕ ਅਧਿਕਾਰ ਲਹਿਰ। ਬਿਲਕੁਲ। ਉਹਨਾਂ ਦੇ ਫਾਊਂਡਰ ਮੈਂਬਰ ਆ ਸਰਦਾਰ ਬਲਵਿੰਦਰ ਸਿੰਘ, ਮੇਰੀ ਉਹਨਾਂ ਨਾਲ ਬਹਿ ਕੇ ਵਿਸਥਾਰ 'ਚ ਵੀ ਇੱਕ ਵਾਰ ਗੱਲ ਹੋਈ ਤੇ ਮੈਂ ਵੀ ਸਿੱਧੂ ਸਾਹਿਬ ਬਾਰੇ ਗੱਲ ਕੀਤੀ ਵੀ ਇਹ ਬੜਾ ਚੁੱਪ ਕਰਕੇ ਬੈਠਾ ਤੇ ਇਹਨੂੰ ਨਾਲ ਲੈ ਲਿਆ। ਜੇ ਮੈਨੂੰ ਉਹਨੇ ਇਹ ਗੱਲ ਕਹੀ, ਮੈਨੂੰ ਆਂਦਾ ਜੀ ਮੇਰੀ ਓਪੀਨੀਅਨ ਇਸ ਸਿੱਧੂ ਬਾਰੇ ਇਹ ਆ ਵੀ ਇਹ ਬੰਦਾ ਨਾ ਤੇ ਕਿਸੇ ਦੇ ਪਿੱਛੇ ਲਾ ਕੇ ਕੰਮ ਕਰ ਸਕਦਾ ਤੇ ਨਾ ਕਿਸੇ ਨੂੰ ਪਿੱਛੇ ਲਾ ਕੇ ਕੰਮ ਕਰ ਸਕਦਾ। ਉਹਦੀ ਪਰਸੈਪਸ਼ਨ ਬਿਲਕੁਲ ਠੀਕ ਸਾਬਤ ਹੋਈ ਆ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ ਇਹ ਬੰਦਾ ਨਾ ਤਾਂ ਕਿਸੇ ਨੂੰ ਅਗਵਾਈ ਦੇ ਸਕਦਾ, ਨਾ ਕਿਸੇ ਦੀ ਅਗਵਾਈ 'ਚ ਚੱਲ ਸਕਦਾ, ਕਿਉਂਕਿ ਇਹ ਸੁਪੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੈ। ਇਹਦੇ ਦਿਲ ਦਿਮਾਗ ਦੇ ਵਿੱਚ ਇੱਕ ਗੱਲ ਆ ਕਿ ਜੋ ਕੁਝ ਹੈ ਮੈਂ ਹੀ ਮੈਂ ਆ। ਇੱਦਾਂ ਦਾ ਸੰਸਾਰ ਦੇ ਵਿੱਚ ਚੱਲਿਆ ਨਹੀਂ ਜਾ ਸਕਦਾ। ਸੰਸਾਰ ਦੇ ਵਿੱਚ ਜੇ ਅਸੀਂ ਦੁਨਿਆਵੀ ਚੀਜ਼ ਆ ਤੇ ਸਾਨੂੰ ਦੁਨਿਆਵੀ ਕਦਰਾਂ ਕੀਮਤਾਂ ਵੀ ਨਾਲ ਨਾਲ ਲੈ ਕੇ ਚੱਲਣੀਆਂ ਪੈਣਗੀਆਂ, ਸੱਚ ਦਾ ਸਾਥ ਵੀ ਦੇਣਾ ਪਏਗਾ। ਇਹ ਨਹੀਂ ਕਿ ਤੁਸੀਂ ਆਪਣੀ ਜ਼ਮੀਰ ਹੀ ਛਿੱਕੇ 'ਤੇ ਟੰਗ ਦਿਓ, ਜ਼ਮੀਰ ਵੀ ਰਵੇ, ਪਰ ਨਿਰਾ ਪੁਰਾ ਆਪਣੇ ਹੰਕਾਰ ਦਾ ਕਿੱਲਾ ਗੱਡ ਕੇ ਜਾਂ ਮੈਂ ਕਰਕੇ ਹੀ ਸੂਬੇ ਦੇ ਹਿੱਤ ਜਿਹੜੇ ਆ, ਹੁਣ ਵੇਖੋ 3 ਕਰੋੜ ਸੂਬੇ ਦਾ ਵਾਸੀ ਆ, ਅਕਸਰ ਉਹਨਾਂ ਦੇ ਬਾਰੇ ਸੋਚਣਾ ਇਹਨਾਂ ਦਾ ਫਰਜ਼ ਨਹੀਂ ਜਿਨ੍ਹਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ। ਔਰ ਅੱਜ ਇਹ ਆਲੀਸ਼ਾਨ ਸਹੂਲਤਾਂ ਮੰਨਣ ਡਏ ਨੇ। ਕਿਹਦੇ ਵਾਸਤੇ ਮੰਨ ਰਹੇ ਨੇ? ਉਹਦੇ ਲਈ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੀ ਕੰਮ ਕਰਨ ਵਾਸਤੇ, ਇਸ ਵਾਸਤੇ ਨਹੀਂ ਸੀ ਚੁਣਿਆ ਵੀ ਤੁਸੀਂ ਆਪਸ ਵਿੱਚ ਝਾਟੀ ਹੁੰਦੇ ਰਹੋ, ਇੱਕ ਦੂਜੇ ਨਾਲ ਜੋਡੀ ਹੁੰਦੇ ਰਹੋ ਤੇ ਪੰਜਾਬ ਦਾ ਤੁਸੀਂ ਕਰੋ ਹੀ ਕੱਖ ਨਾ। ਪੰਜਾਬ ਦੇ ਲੋਕਾਂ ਦੇ 5 ਸਾਲ ਬਰਬਾਦ ਕਰਨ ਵਾਸਤੇ ਕੌਣ ਕਸੂਰਵਾਰ ਹੈ? ਉਹ ਇਹਨਾਂ ਨੂੰ ਕੌਣ ਪੁੱਛੂਗਾ? ਇਹ ਬਜਾਏ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਹੋਣ ਔਰ ਆਪਣੇ ਪਿਛਲੇ ਵਿਅਰਥ ਗਵਾਏ ਸਮੇਂ ਵਾਸਤੇ ਸੌਰੀ ਫੀਲ ਕਰਨ, ਇਹ ਅੱਜ ਵੀ ਆਪਸ ਦੇ ਵਿੱਚ ਕੁੱਕੜ ਖੇਡ ਆਉਣ ਡਏ ਨੇ। ਸੋ ਨਹੀਂ, ਗੱਲ ਲੰਬੀ ਹੋ ਜਾਣੀ ਆ। ਅੱਜ 1 ਅਕਤੂਬਰ ਹੈ ਤੇ ਅਕਤੂਬਰ, ਨਵੰਬਰ, ਦਸੰਬਰ 3 ਮਹੀਨੇ ਦਾ ਆਪਾਂ ਸਮਾਂ ਲਾ ਲੈਂਦੇ ਹਾਂ। ਜੇ ਮਾਹੌਲ ਸਾਜ਼ਗਾਰ ਰਹਿੰਦਾ, ਕੇਂਦਰ ਕੋਈ ਦਖਲਅੰਦਾਜ਼ੀ ਨਹੀਂ ਕਰਦਾ ਤੇ ਚੋਣਾਂ ਸਮੇਂ ਸਿਰ ਹੁੰਦੀਆਂ ਨੇ। ਫਿਰ ਵੀ ਜਿਹੜਾ ਕੋਰਟ ਦਾ ਮਾਮਲਾ ਉਹ ਤੇ ਕੋਰਟ 'ਚ ਹੀ ਨਿਬੜਨਾ ਆ। ਉਹ 'ਚ ਕਾਂਗਰਸ ਸਰਕਾਰ ਆ ਜਾਂ ਸੂਬੇ ਦੀ ਸਰਕਾਰ ਆ, ਉਹ ਪੈਰਵਾਈ ਕਰ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਦੀ ਮੈਂ ਗੱਲ ਕਰ ਰਿਹਾ। ਇੱਕ ਹੋ ਗਿਆ, ਦੂਜਾ ਘਰ ਰੁਜ਼ਗਾਰ ਹੋ ਗਿਆ, ਨਸ਼ਾ ਖਤਮ ਕਰਨ ਦੀ ਗੱਲ ਹੋ ਗਈ, ਕਰਜ਼ਾ ਕੁਰਕੀ ਦੀ ਗੱਲ ਹੋ ਗਈ। ਚਲੋ ਕੋਰਟ ਵਾਲਾ ਮਾਮਲਾ ਕੋਰਟ 'ਚ ਰਹਿਣ ਦਿਓ, ਜਦੋਂ ਜਿਸ ਤਰ੍ਹਾਂ ਦੀ ਜਾਂਚ ਹੋਏਗੀ ਉਸ ਤਰ੍ਹਾਂ ਦਾ ਹੀ ਫੈਸਲਾ ਆਏਗਾ। ਬਾਕੀ ਜਿਹੜੇ ਰੁਜ਼ਗਾਰ ਦਾ ਮੁੱਦਾ ਆ, ਕਰਜ਼ਾ ਕੁਰਕੀ ਦਾ ਮੁੱਦਾ ਆ, ਨਸ਼ਿਆਂ ਦਾ ਮੁੱਦਾ ਆ, ਮੌਜੂਦਾ ਸਰਕਾਰ ਕੋਲ ਕਿਹੜੀ ਗਿੱਦੜ ਸਿੰਘੀ ਆ ਕਿ ਉਹ 90 ਦਿਨਾਂ ਦੇ ਵਿੱਚ ਹੱਲ ਕਰ ਸਕਦੀ ਹੈ? ਕੋਈ ਇਹਦੇ ਬਾਰੇ ਵਿਚਾਰ ਦਿਓ। ਕੁਝ ਨਹੀਂ ਕਰ ਸਕਦੇ ਇਹਨਾਂ ਨੇ, ਸਿਰਫ ਗੱਲਾਂ ਤੋਂ ਸਿਵਾ ਕੁਝ ਨਹੀਂ ਕਰ ਸਕਦੇ। ਗੱਲਾਂ ਦੇ ਵਿੱਚ એનર્ਜੀ ਘੱਟ ਵੇਸਟ ਹੁੰਦੀ ਹੈ। ਇਹ ਗੱਲਾਂ ਕਰ ਸਕਦੇ ਨੇ, ਇਹਨਾਂ ਨੇ ਕੁਝ ਨਹੀਂ ਕਰਨਾ। ਵੇਖੋ ਜਦੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਨਾ, ਤੇ ਚਲੋ ਮੰਨ ਲਓ ਕਰਦੇ ਵੀ ਆ, ਕਹਿੰਦੇ ਅਸੀਂ ਕਰਦੇ ਆ, ਕਿ ਕਿਹੜੀ ਇਹਨਾਂ ਕੋਲ ਪਾਵਰ ਹੈ ਕਿ ਜਿਹੜੀ 90 ਦਿਨਾਂ 'ਚ ਪੂਰਾ ਕਰ ਸਕਦੇ? ਪਾਵਰ ਹੀ ਨਹੀਂ। ਖਜ਼ਾਨਾ ਸਾਰਾ ਖਾਲੀ ਆ। ਖਜ਼ਾਨੇ ਨੂੰ ਭਰਨ ਵਾਸਤੇ ਕੁਝ ਕਰਨਗੇ। ਹੁਣ ਤੁਸੀਂ ਵੇਖੋ, ਠੀਕ ਹੈ ਸਰਕਾਰ ਲੋਕ ਲੁਭਾਵਣੇ ਵਾਅਦੇ ਕਰਦੀ ਆ ਜਾਂ ਕੁਝ ਐਕਸ਼ਨ ਕਰਦੀ ਆ। ਜਿਵੇਂ ਹੁਣ ਚੰਨੀ ਗਵਰਨਮੈਂਟ ਨੇ ਆਉਂਦਿਆਂ ਹੀ ਐਕਸ਼ਨ ਕਰ ਦਿੱਤਾ ਕਿ 2 ਕਿਲੋਵਾਟ ਤੱਕ ਜਿਨ੍ਹਾਂ ਦੇ ਵੀ ਬਿੱਲ ਬਕਾਏ ਨੇ ਉਹਨਾਂ ਸਾਰਿਆਂ ਦੇ ਬਿੱਲ ਜਿਹੜੇ ਆ ਉਹ ਮਾਫ ਕਰ ਦਿੱਤੇ ਜਾਣਗੇ। ਉਹਦੇ 'ਤੇ ਕੈਟਾਗਰੀ ਕੋਈ ਨਹੀਂ ਰੱਖੀ ਗਈ ਵੀ SC ਆ, BC ਆ, ਜਨਰਲ ਆ, ਸਭ ਦੇ ਕਰ ਦਿੱਤੇ ਜਾਣਗੇ ਜਿਨ੍ਹਾਂ ਦਾ 2 ਕਿਲੋਵਾਟ ਤੱਕ ਲੋਡ ਹੈ। ਪਰ ਜਿਹੜੇ 2 ਕਿਲੋਵਾਟ ਤੱਕ ਲੋਡ ਵਾਲੇ ਇਮਾਨਦਾਰੀ ਦੇ ਨਾਲ ਆਪਣਾ ਬਿੱਲ ਪੇ ਕਰਦੇ ਆ, ਟਾਈਮਲੀ ਬਿੱਲ ਪੇ ਕਰਦੇ ਤਾਂ ਉਹ ਤਾਂ ਫਿਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨਗੇ ਨਾ। ਜਾਂ ਤਾਂ ਉਹਨਾਂ ਦੇ ਵੀ ਪੈਸੇ ਰਿਫੰਡ ਕਰਨ ਵੀ ਤੁਹਾਂ ਦੇਤੇ ਨੇ 2 ਕਿਲੋ ਤੱਕ ਵਾਟ ਤੱਕ ਵਾਲਿਆਂ ਦੇ, ਕਿਸੇ ਦੇ ਪੈਸੇ ਦੇਣੇ ਹੀ ਨਹੀਂ। ਤੇ ਚਲੋ ਗੱਲ ਵਿਸ਼ੇ ਦਾ ਪਾਸੇ ਚੱਲ ਜਾਣੀ ਹੈ। ਨਹੀਂ ਫਿਰ ਕੀ, ਕੋਈ ਗੱਲ ਨਹੀਂ, ਪਾਸੇ ਚਲੀ ਜਾਵੇ। ਪਰ ਗੱਲ ਤੇ ਆ ਬਿੱਲ ਤੇ ਉਹਦਾ ਹੀ ਆਇਆ ਨਾ ਜਿਹਨੇ ਬਾਲਿਆ।
ਕਿਸੇ ਦੀ ਸਹੂਲਤ ਦੇਣ ਦੇ ਵਿਰੁੱਧ ਨਹੀਂ ਆ, ਪਰ ਜੇ ਦੇਣੀ ਆ ਤੇ ਜਨਰਲ ਕੈਟਾਗਰੀ ਵਾਲੇ ਵੀ ਜਿਹੜੇ ਲੋਕ ਬਿੱਲ ਟਾਈਮਲੀ ਪੇ ਕਰਦੇ ਆ ਉਹ ਵੀ ਇਹ ਚੀਜ਼ ਸੋਚਦੇ ਆ। ਹੁਣ ਗੱਲ ਇਹ ਆ ਜਾਂਦੀ ਹੈ ਵੀ ਜਿਹੜੀਆਂ ਉੱਥੇ ਸਹੂਲਤਾਂ ਦੇਣੀਆਂ ਉੱਥੇ ਕਰੋੜਾਂ ਰੁਪਏ ਖਰਚ ਹੋਣੇ ਨੇ, ਨਵੀਆਂ ਗੱਡੀਆਂ ਖਰੀਦਣ ਵਾਸਤੇ, ਵਿਧਾਇਕਾਂ ਵਾਸਤੇ ਜਾਂ ਮੰਤਰੀਆਂ ਵਾਸਤੇ ਕਰੋੜਾਂ ਰੁਪਏ ਖਰਚ ਕੀਤੇ ਜਾਣੇ ਨੇ, ਤੇ ਆਉਣ ਤੇ ਤੁਹਾਡੇ ਖਜ਼ਾਨੇ 'ਚ ਦੀਵਾਨੀ ਵੀ ਨਹੀਂ ਡਈ ਤੇ ਤੁਸੀਂ ਦੇ ਕਿੱਥੋਂ ਦਿਓਗੇ? ਕਰਜ਼ਾ ਹੀ ਚੜਾ ਕੇ ਜਾਓਗੇ। ਸੋ ਉਹ ਪੰਜਾਬ ਦੇ ਲੋਕ ਆ। ਹੁਣ ਅਖੀਰ 'ਚ ਇੱਕ ਦੋ ਸਵਾਲ ਕਰਕੇ ਮੈਂ ਤੁਹਾਡੇ ਇਤਰਾਜ਼ ਲੈਣੇ ਹਾਂ ਕਿ ਲੋਕ ਕਿਸ ਤਰ੍ਹਾਂ ਵੇਖਣਗੇ। ਉਹ ਕਈ ਆਸ ਲਾਈ ਬੈਠੇ ਆ ਨਾ, ਮੇਰੇ ਵਰਗੇ ਘਰ ਘਰ ਰੁਜ਼ਗਾਰ ਆ ਜਾਣਾ ਆ, ਮੇਰਾ ਕਰਜ਼ਾ ਜਿਹੜਾ ਉਹ ਖਤਮ ਹੋ ਜਾਣਾ ਆ, ਨਸ਼ਿਆਂ ਦਾ ਕੰਮ ਜੇ ਕੋਈ ਮੇਰੇ ਪਿੰਡ 'ਚ ਜਾਂ ਮੇਰਾ ਭੈਣ ਭਰਾ 'ਚ ਕੁਝ ਬੱਚਾ ਨਸ਼ਿਆਂ ਦੀ ਭੇਟ ਚੜਿਆ ਤੇ ਜਿਹੜੇ ਨਸ਼ੇ ਦੇ ਸਦਾਗਰ ਨੂੰ ਨੱਥ ਪੈ ਜਾਣੀ ਹੈ ਤੇ ਅਮਨ ਅਮਾਨ ਵਾਲਾ ਮਾਹੌਲ ਹੋ ਜਾਣਾ। ਸੋ ਉਹਨਾਂ ਦੀ ਗੱਲ ਆ ਕਿ 90 ਦਿਨ ਸਰਕਾਰ ਕੁਝ ਕਰ ਸਕਦੀ ਆ, ਲੋਕ ਆਸ ਲਾਉਣ ਕਿ ਜਾਂ ਕੋਈ ਆਪਣੀ ਨਵੀਂ ਰਣਨੀਤੀ ਉਲੀਕਣ ਜਾਂ ਕਿਸੇ ਹੋਰ ਦਾ ਪੱਲਾ ਫੜਨ। ਨਹੀਂ, ਲੋਕ ਤਾਂ ਜਿੰਨੀ ਛੇਤੀ ਨਵੀਂ ਰਣਨੀਤੀ ਉਲੀਕ ਲੈਣਗੇ ਓਨਾ ਹੀ ਚੰਗਾ। ਜਿਹੜੀ ਗੱਲ ਹੈ ਨਾ ਨਸ਼ਿਆਂ ਦੀ, ਵੇਖੋ ਨਸ਼ਿਆਂ ਦੀ ਗੱਲ ਤੇ ਆ ਵੀ ਪਿੱਛੇ ਖੂਹ ਵਗਣ ਡਿਆ, ਟੂਬਲ ਪੂਰਾ ਚੱਲਣ ਡਿਆ ਜ਼ੋਰੋ ਜ਼ੋਰ। ਇਹ ਅੱਗੇ ਬੇਸਮਝੀ ਦੇ ਨਾਲ ਨੱਕੇ ਮੋੜਨ ਡਏ ਨੇ, ਇਹ ਨੱਕੇ ਬੰਨੀ ਜਾਂਦੇ ਨੇ। ਹੁਣ ਜੇ ਤੁਸੀਂ ਪਿੱਛੋਂ ਖੂਹ ਨਹੀਂ ਬੰਦ ਕਰਦੇ, ਤੁਹਾਡਾ ਟਿਊਬਲ ਨਹੀਂ ਬੰਦ ਹੁੰਦਾ ਤੇ ਨੱਕੇ ਮੋੜੀ ਜਾਓ। ਐਸ ਪੈਲੀ 'ਚ ਨਸੀਰਾਂ ਪੈਣਗੀਆਂ, ਕਿਸੇ ਦੂਜੀ 'ਚ ਪੈ ਜਾਣਗੀਆਂ, ਦੂਜੀ 'ਚ ਨਾ ਪੈਣਗੀਆਂ, ਕਿਸੇ ਤੀਜੀ 'ਚ ਪੈ ਜਾਣਗੀਆਂ। ਲੋੜ ਤਾਂ ਹੈਗੀ ਆ ਪਿੱਛੋਂ ਖੂਹ ਬੰਦ ਕਰਨ ਦੀ। ਖੂਹ ਬੰਦ ਕਰ ਦਿਓ, ਨੱਕੇ ਪੱਕੇ ਹੋ ਜਾਣਗੇ, ਬੱਤਾ ਰਾਜੂ ਤੇ ਜ਼ਮੀਨ ਵਾਹ ਲਿਓ ਤੇ ਉਪਜ ਚੰਗੀ ਨਿਕਲੋ। ਪੰਜਾਬ ਸਰਕਾਰ ਕੋਲ ਪਾਵਰ ਹੈਗੀ, ਉਹ ਖੂਹ ਬੰਦ ਕਰ ਦੇਵੇ ਪਿਛਲਾ। ਨਹੀਂ, ਪਾਵਰ ਤੇ ਵੇਖੋ, ਪਾਵਰ ਦੀ ਗੱਲ ਆ, ਪਾਵਰ ਤੇ ਹੈਗੀ ਵਿਲ ਪਾਵਰ, ਇੱਛਾ ਸ਼ਕਤੀ। ਤੇ ਇੱਛਾ ਸ਼ਕਤੀ ਮਾਫ ਕਰਨਾ ਅੱਜ ਤੱਕ ਤੇ ਨਜ਼ਰ ਨਹੀਂ ਆਈ ਸਰਕਾਰ 'ਚ। ਪਤਾ ਨਹੀਂ ਇਹਨਾਂ 90 ਦਿਨਾਂ ਦੇ ਵਿੱਚ ਕਿਤੋਂ ਜੇ ਆ ਜਾਏ, ਕੋਈ ਕਰਾਮਾਤ ਹੀ ਵਾਪਰ ਜਾਏ ਤੇ ਵਾਪਰ ਜਾਏ, ਅਦਰਵਾਈਜ਼ ਕੋਈ ਆਸ ਦੀ ਕਿਰਨ ਮੈਨੂੰ ਤਾਂ ਨਜ਼ਰ ਨਹੀਂ। ਸੋ ਅਖੀਰ 'ਚ ਮੈਂ ਅਖੀਰ ਸਵਾਲ ਜਿਹੜਾ ਹੈ ਉਹ ਸਿੱਧੂ ਸਾਹਿਬ ਤੇ ਹੀ ਕਰਨਾ ਚਾਹੁੰਦਾ, ਕਿਉਂਕਿ ਸ਼ੁਰੂਆਤ ਵੀ ਆਪਾਂ ਸਿੱਧੂ ਸਾਹਿਬ ਤੋਂ ਕੀਤੀ ਸੀ ਤੇ ਖਤਮ ਮੈਂ ਉੱਤੇ ਕਰਨਾ ਚਾਹੁੰਦਾ ਕਿ ਸਿੱਧੂ ਸਾਹਿਬ ਕੀ ਹੈ ਸਪਸ਼ਟ ਕਰ ਸਕਦੇ ਆ ਕਿ ਉਹ ਸੱਚਮੁੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਦਰਦ ਰੱਖਦੇ ਆ। ਕਿਉਂਕਿ ਜਿਵੇਂ ਦੀ ਉਹਨਾਂ ਦੀਆਂ ਹਮਨ ਕਰਦਿਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ, ਉਹ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ। ਜੇ ਤੇ ਸੱਚਮੁੱਚ ਹੀ ਪੰਥ ਦਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਦ ਰੱਖਦੇ ਆ ਤੇ ਫਿਰ ਉਹ ਪਿਛਲੇ ਸਾਰੇ ਵਰਤਾਰੇ ਨੂੰ ਕਿਉਂ ਭੁੱਲ ਜਾਂਦੇ ਆ? ਕਿਉਂਕਿ ਜਿਸ ਕਾਂਗਰਸ ਪਾਰਟੀ ਦੀ ਉਹ ਨੁਮਾਇੰਦਗੀ ਕਰਨ ਡਏ ਆ, ਮੈਂ ਪਹਿਲਾਂ ਵੀ ਗੱਲ ਕੀਤੀ, ਸਵਾਲ ਰਿਪੀਟ ਹੋ ਜਾਂਦਾ ਕਿ ਉਹਦੇ ਉੱਤੇ ਆਪ ਬੜੇ ਵੱਡੇ ਦੋਸ਼ ਅਜੇ ਤੱਕ ਉਹਨਾਂ ਉਹਦੀ ਸੌਰੀ ਫੀਲ ਨਹੀਂ ਕੀਤੀ। ਸੋ ਸਿੱਧੂ ਸਾਹਿਬ ਦੀ ਤਸਵੀਰ ਮਾੜੀ ਜਾਂਦੇ ਜਾਂਦੇ ਸਪਸ਼ਟ ਕਰ ਦਿਓ ਕੁਝ ਪੰਥ ਦਾ ਕਿੰਨਾ, ਗੁਰੂ ਗ੍ਰੰਥ ਸਾਹਿਬ ਦਾ ਕਿੰਨਾ ਕੁ ਦਰਦ ਹੈ, ਕਿੰਨੀ ਕੁ ਭਾਵਨਾ ਹੈ। ਕੋਈ ਦਬਦਬ ਕਹਿੰਦੇ ਮੈਨੂੰ ਬਣਾ ਦਿਓ ਤੇ ਮੈਂ ਬਰਗਾੜੀ ਦਾ ਮਾਮਲਾ ਹੱਲ ਕਰਕੇ ਤੁਹਾਡੇ ਸਾਹਮਣੇ ਰੱਖ ਦਿਆਂ। ਦੇਖੋ, ਬਣਾ ਵੀ ਦੇਣਗੇ ਨਾਲ ਤੇ ਸਿੱਧੂ ਕੋਲੋਂ ਫੇਰ ਵੀ ਕੱਖ ਨਹੀਂ ਹੋਣਾ। ਬਾਕੀ ਤੇ ਆਪਣੇ ਪਹਿਲਾਂ ਵੀ ਵਿਸਤਾਰ 'ਚ ਚਰਚਾ ਸਾਡੀ ਹੋ ਚੁੱਕੀ ਹੈ। ਹੋਣਾ ਜਾਂ ਨਾ ਹੋਣਾ ਇੱਕ ਵੱਖਰਾ ਪਹਿਲੂ ਆ, ਉਹਦੇ ਅੰਦਰ ਦੀ ਗੱਲ ਕਰੋ। ਇਹ ਜਿਹੜੇ ਸਿਆਸੀ ਲੋਕ ਨੇ, ਇਹਨਾਂ ਦੀ ਕਿਸੇ ਧਰਮ ਦੇ ਵਿੱਚ ਕੋਈ ਆਸਥਾ ਨਹੀਂ, ਇਹ ਸਿਰਫ ਇਹਨੂੰ ਵਰਤਦੇ ਨੇ ਵੋਟਾਂ ਵਾਸਤੇ। ਇਹ ਜੇ ਕਿਤੇ ਮੱਥਾ ਟੇਕਣ ਜਾਂਦੇ ਆ ਤੇ ਤਾਂ ਵੀ ਕੱਢਦੇ ਆ ਵੀ ਇੱਥੋਂ ਵੋਟ ਕਿੱਦਾਂ ਨਿਕਲ ਸਕਦੀ ਆ। ਜੇ ਕਿਸੇ ਨੂੰ ਮੰਨਦੇ ਪੂਜਦੇ ਨੇ ਤੇ ਤਾਂ ਵੀ ਇਹੋ ਕੁਝ ਵੇਖਦੇ ਆ। ਇਹ ਇਹਨਾਂ ਲੋਕਾਂ ਦੀ ਕਮਜ਼ੋਰੀ ਆ ਨਾ, ਮਾਨਸਿਕਤਾ ਕਮਜ਼ੋਰੀ ਆ ਵੀ ਕਦੇ ਕਿਸੇ ਡੇਰੇਦਾਰ ਦੇ ਪੈਰਾਂ 'ਚ ਡਿੱਗਦੇ ਆ, ਕਦੇ ਕਿਸੇ ਦੇ ਪੈਰਾਂ 'ਚ ਡਿੱਗਦੇ ਆ। ਇਹਨਾਂ ਨੂੰ ਕਿਤੋਂ ਨਾ ਕਿਤੋਂ ਸਾਨੂੰ ਵੋਟ ਰੂਪੀ ਖੈਰ ਜਿਹੜੀ ਆ ਸਾਡੀ ਝੋਲੀ 'ਚ ਪੈ ਜਾਏ। ਅਸੂਲ ਪ੍ਰਸਤੀ ਤੇ ਅੱਜ ਦੇ ਸਿਆਸਤਦਾਨਾਂ ਦੇ ਵਿੱਚ ਦੋ ਚੀਜ਼ਾਂ ਇਕੱਠੀਆਂ ਹੋਣੀਆਂ ਤੇ ਬਹੁਤ ਜ਼ਿਆਦੀਆਂ ਅਸੰਭਵ ਲੱਗਦੀਆਂ ਨੇ। ਇਸ ਕਰਕੇ ਸਿੱਧੂ ਸਾਹਿਬ ਥੋਥਾ ਚਨਾ ਤੇ ਬਾਜੇ ਘਣਾ ਬੋਲਦੇ ਬਹੁਤੇ ਨੇ, ਜਿਹੜੇ ਵਰਸਦੇ ਨੇ, ਜਿਹੜੇ ਗਰਜਦੇ ਨੇ ਉਹ ਵਰਸਦੇ ਨਹੀਂ। ਇਹਨਾਂ ਦੀ ਹਾਲਤ ਇਹ ਆ ਵੀ ਇਹ ਸਿਰਫ ਗਰਜਣ ਵਾਲੇ ਨੇ, ਵਰਸਣ ਵਾਲੇ ਨਹੀਂ ਹੈਗੇ। ਜੇ ਵਰਸਣਾ ਹੁੰਦਾ ਤੇ ਹੁਣ ਤੱਕ ਵਰਸੇ ਹੁੰਦੇ। ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਸਮਾਂ ਅਜਾਈਂ ਗਵਾਇਆ। ਉਹਦੇ ਵਾਸਤੇ ਪੰਜਾਬ ਦੇ ਲੋਕ ਇਹਨਾਂ ਨੂੰ ਦੋਸ਼ੀ ਮੰਨਣਗੇ ਜਿੰਨੀ ਦੇਰ ਤੱਕ ਇਹ ਆਪਣੀਆਂ ਕੀਤੀਆਂ ਗਲਤੀਆਂ ਦੇ ਸੁਧਾਰ ਕਰਨ ਵਾਸਤੇ ਕੋਈ ਨਵੀਂ ਨੀਤੀ ਤੈਅ ਨਹੀਂ ਕਰਦੇ। ਸੋ ਲੋਕ ਮੰਨ ਲੈਣਗੇ ਇਹਨਾਂ ਦਾ ਆਪਸੀ ਕਲੇਸ਼ ਚੱਲ ਰਿਹਾ ਪੰਜਾਬ ਦੇ ਮੁੱਦਿਆਂ ਦੀ, ਕਿਤੇ ਗੱਲ ਨਹੀਂ ਹੈਗੀ। ਬਿਲਕੁਲ ਬਿਲਕੁਲ, ਲੋਕੀ ਇਹ ਗੱਲ ਮੰਨ ਲੈਣ ਵੀ ਅਸੀਂ ਠੱਗੇ ਗਏ ਹਾਂ। ਪੌਣੇ 5 ਸਾਲ ਦਾ ਸਮਾਂ ਲੰਘ ਗਿਆ, ਜਿਹੜੇ 3 ਮਹੀਨੇ ਹੈਗੇ ਨੇ ਇਹ ਵੀ ਇੱਦਾਂ ਹੀ ਲੰਘਣੇ ਨੇ, ਕਿਸੇ ਦੇ ਪਿੜ ਪੱਲੇ ਕੁਛ ਨਹੀਂ ਪੈਣਾ। ਤੇ ਲੋਕ ਭਵਿੱਖ ਵਿੱਚ ਚੰਗੇ ਲੋਕਾਂ ਨੂੰ ਅੱਗੇ ਲਿਆ ਕੇ, ਪੰਜਾਬ ਪ੍ਰਸਤ ਲੋਕਾਂ ਨੂੰ ਅੱਗੇ ਲਿਆ ਕੇ ਆਪਣੀ ਸਰਕਾਰ ਬਣਾਓ। ਉਹ ਨੁਮਾਇੰਦੇ ਲੈ ਕੇ ਆਉਣ ਜਿਨ੍ਹਾਂ ਨੂੰ ਆਪ ਖੜੇ ਕਰਕੇ ਪੁੱਛ ਸਕਦੇ ਹੋਣ। ਉਹ ਨਾ ਲਿਆਉਣ ਵੀ ਜਿਹੜੇ ਵੋਟਾਂ ਮਿਲਣ ਦੇ ਬਾਅਦ 7ਵੇਂ ਸਮਾਨੇ ਚੜ੍ਹ ਜਾਂਦੇ ਨੇ ਤਾਂ ਉਹਨਾਂ ਨੂੰ ਮਿਲਣਾ ਹੀ ਮੁਸ਼ਕਲ ਹੋ ਜਾਂਦਾ। ਹੁਣ ਵੇਖੋ, ਇਹਨਾਂ ਨੂੰ ਤੇ ਇਹਨਾਂ ਦਾ CM ਨਹੀਂ ਮਿਲਦਾ ਰਿਹਾ। ਚੰਨੀ ਨੇ ਰੌਲਾ ਸਾਰਿਆਂ ਤੋਂ ਪਹਿਲਾਂ ਤੇ ਇਹੋ ਹੀ ਪਾਇਆ ਨਾ ਵੀ ਵੇਖੋ ਜੀ ਅਸੀਂ ਤੇ CM ਨੂੰ ਮਿਲ ਹੀ ਨਹੀਂ ਸਕਦੇ, ਕੀ ਕਰੀਏ। ਉਹ ਰੌਲਾ ਵੱਧਦਾ ਇੱਥੇ ਤੱਕ ਆ ਗਿਆ ਤੇ ਹਾਲਤ ਤੇ ਇੱਥੇ ਵੀ ਇਹੋ ਜਿਹੀ ਹੋਈ ਆ। ਸਿੱਧੂ ਸਾਹਿਬ ਵੀ ਕੋਈ ਬਹੁਤਾ ਮਿਲਦੇ ਨਹੀਂ ਕਿਸੇ ਨੂੰ, ਇਹ ਵੀ ਮੀਡੀਆ ਦੇ ਬਣਾਏ ਲੀਡਰ ਨੇ, ਸੈਲੀਬ੍ਰਿਟੀ ਨੇ। ਇਸ ਕਰਕੇ ਕੋਈ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ, ਸਿਰਫ ਤੇ ਸਿਰਫ ਆਪਣੀ ਸਿਆਸਤ ਸਾਡੀ ਜਾ ਰਹੀ। ਸੋ ਦੋਸਤੋ, ਮਕਸਦ ਸੀ ਕਿ ਪੰਜਾਬ ਦੇ ਜਿਹੜੇ ਮੁੱਦੇ ਆ ਇਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ। ਲੱਗਦਾ ਹੈ ਕਿ ਨਾ ਦੇ ਪੰਜਾਬ ਦੇ ਮੁੱਦੇ ਮੁੱਕਣੇ ਨੇ ਤੇ ਨਾ ਜਿਹੜਾ ਚਰਚਾਵਾਂ ਮੁੱਕਣੀਆਂ ਤੇ ਨਾ ਅਸੀਂ ਤੁਹਾਡੇ ਸਾਹਮਣੇ ਆਉਣੋਂ ਜਿਹੜਾ ਗੁਰੇਜ਼ ਕਰਨਾ ਹੈ ਔਰ ਚਰਚਾ ਜਿਹੜੀ ਉਹ ਕਰਦੇ ਰਹਿਣਾ। ਸੋ ਅਖੀਰ 'ਚ ਸਿੱਧੂ ਸਾਹਿਬ ਦੇ ਨਾਲ ਮੇਰਾ ਕੋਈ ਨਿੱਜੀ ਕੋਈ ਰੰਜ ਨਹੀਂ ਆ ਜਾਂ ਕੋਈ ਨਿੱਜੀ ਗੱਲ ਨਹੀਂ ਹੈ, ਨਾ ਮੈਂ ਉਹਨਾਂ ਨੂੰ ਜਾਣਦਾ ਨਾ ਹੋ ਸਕਦਾ ਉਹ ਮੈਨੂੰ ਜਾਣਦੇ ਹੋਣ। ਪਰ ਦਰਦ ਇੱਕ ਪੰਜਾਬ ਦਾ ਕਿ ਅਸੀਂ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲ ਕਰਦੇ ਹਾਂ ਉੱਤੇ ਪਹਿਲਾਂ ਅਸੀਂ ਕਿੰਨਾ ਕੁ ਸੰਜੀਦਾ ਹੈ, ਕਿੰਨਾ ਕੁ ਪੱਕੇ ਹਾਂ।
ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਸ਼ਿਵ ਜੀ ਦੇ ਭਗਤ ਨੇ ਔਰ ਸ਼ਿਵ ਜੀ ਦੀ ਉਪਾਸਨਾ ਕਰਦੇ ਨੇ, ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਿਹੜੇ ਮੂੰਹ ਨਾਲ ਕਰਦੇ ਨੇ। ਸੋ ਲੜਾਈ ਸੀਐਮ ਕੁਰਸੀ ਤੱਕ ਪਹੁੰਚਣ ਦੀ ਹੈ ਔਰ ਮੁੱਦਾ ਬਰਗਾੜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਣਾਇਆ ਜਾ ਰਿਹਾ। ਅਜਿਹੀ ਸਿੱਧੂ ਸਾਹਿਬ ਕੋਲ ਵੀ ਕੋਈ ਪਾਵਰ ਹੈ ਨਹੀਂ ਹੈ ਕਿ ਜਾਂ ਉਹ ਐਡਵੋਕੇਟ ਜਨਰਲ ਬਦਲ ਦੇਣਗੇ ਜਾਂ ਡੀਜੀਪੀ ਪੰਜਾਬ ਜਿਹੜਾ ਹੈ ਉਹ ਬਦਲ ਦੇਣਗੇ ਤਾਂ ਉਹਦੇ ਨਾਲ ਜਿਹੜਾ ਆ ਉਹ ਜਿਹੜੇ ਦੋਸ਼ੀ ਆ ਉਹ ਫੜ ਕੇ ਅੰਦਰ ਦਿੱਤੇ ਜਾ ਸਕਦੇ ਆ। ਪਰ ਉਹ ਸਿੱਧੇ ਰੂਪ 'ਚ ਗੱਲ ਕਰਦੇ ਆ ਸੁਖਬੀਰ ਸਿੰਘ ਬਾਦਲ ਦੀ, ਪ੍ਰਕਾਸ਼ ਸਿੰਘ ਬਾਦਲ ਦੀ। ਕੀ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਜਿਹੜੇ ਜਿਨ੍ਹਾਂ ਨੂੰ ਕਟਹਿਰੇ 'ਚ ਖੜਾ ਕਰਦੇ ਉਹਨਾਂ ਦੇ ਸਿੱਧੇ ਜਾਂ ਸਿੱਧੇ ਰੂਪ 'ਚ ਕੇਂਦਰ ਨਾਲ ਸੰਬੰਧ ਨਹੀਂ ਹੋਣਗੇ, ਜਾਂ ਕੇਂਦਰ 'ਚ ਜਿਹੜੀਆਂ ਰਾਜ ਕਰਦੀਆਂ ਏਜੰਸੀਆਂ ਨੇ ਜਾਂ ਰੀਪ੍ਰਜੈਂਟ ਕਰਦੀਆਂ ਪੰਜਾਬ ਨੂੰ ਉਹਨਾਂ ਤੱਕ ਨਾ ਸੰਬੰਧ ਹੋਣਗੇ। ਸੋ ਇੱਕ ਭਾਵਨਾਵਾਂ ਨੂੰ ਕੈਚ ਕਰਨ ਦੀ ਗੱਲ ਆ, ਨਾ ਕਿ ਮੁੱਦੇ ਹੱਲ ਕਰਨ ਦੀ ਗੱਲ ਆ। ਸੋ ਸਿੱਖ ਕੌਮ ਨੇ ਅੱਗੇ ਵੀ ਬੜੇ ਦਰਦ ਹੰਢਾਏ ਆ, ਉਹ ਧਾਰਮਿਕ ਮੁੱਦੇ ਤੇ ਹੋ ਜਾਵੇ, ਉਹ ਪੰਜਾਬ ਦੇ ਹੋਰ ਲੋਕ ਮੁੱਦਿਆਂ ਤੇ ਹੋ ਜਾਵੇ, ਔਰ ਹੰਢਾਉਂਦੀ ਹੈ, ਹੋ ਸਕਦਾ ਹੋਰ ਲੰਮਾ ਸਮਾਂ ਹੰਢਾਉਣੇ ਪੈਣ। ਸੋ ਸਾਨੂੰ ਖੁਦ ਨੂੰ ਸੁਚੇਤ ਹੋਣ ਦੀ ਲੋੜ ਆ ਕਿ ਇਹਨਾਂ ਸਿਆਸੀ ਲੋਕਾਂ ਦੇ ਹੱਥ ਠੋਕੇ ਬੰਨ ਤੋਂ ਗੁਰੇਜ਼ ਕੀਤਾ ਜਾਵੇ ਔਰ ਖੁਦ ਜਿਹੜਾ ਆ ਉਹਦੇ ਬਾਰੇ ਵਿਚਾਰ ਕੀਤੀ ਜਾਵੇ ਕਿ ਪੰਜਾਬ ਨੂੰ ਇਸ ਮੰਦਹਾਲੀ ਦੇ ਦੌਰ 'ਚੋਂ ਕਿਵੇਂ ਕੱਢਣਾ, ਔਰ ਕਿਹੜੇ ਲੋਕ ਨੇ ਜਿਹੜੇ ਦਿਲੋਂ ਜਾਂ ਤਨੋਂ ਮਨੋਂ ਪੰਜਾਬ ਨੂੰ ਰੀਪ੍ਰਜੈਂਟ ਕਰਨਾ ਚਾਹੁੰਦੇ ਹੋ। ਸੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਅਸੀਂ ਹੋਰ ਵੀ ਅੱਗੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਮੁੱਦਿਆਂ ਦੇ ਉੱਤੇ ਗੰਭੀਰਤਾ ਨਾਲ ਪਰਦਾ ਚੁੱਕ ਸਕੀਏ। ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਲਈ।